ਹਨੀਪ੍ਰੀਤ ਰਾਤੋਂ ਰਾਤ ਸਰਸੇ ਤੋਂ ਮੈਦਾਂਤਾ ਪਹੁੰਚ ਗਈ। ਸਵੇਰੇ ਉਹਦਾ ਅਟੈਂਡੈਂਟ ਕਾਰਡ ਬਣਵਾ ਦਿੱਤਾ ਗਿਆ। ਤਾਂ ਇਹਨਾਂ ਗੱਲਾਂ ਕਰਕੇ ਸਾਨੂੰ ਥੋੜ੍ਹਾ ਜਿਹਾ ਸ਼ੱਕ ਹੋਇਆ ਕਿ ਕਿਤੇ VIP ਟ੍ਰੀਟਮੈਂਟ ਦੇ ਬਹਾਨੇ ਮੈਦਾਂਤਾ ਦੇ ਵਿੱਚ ਕਿਤੇ ਐਸ਼ ਤੇ ਨਹੀਂ ਕਰਵਾਈ ਜਾ ਰਹੀ। ਉਸ ਹਸਪੀਟਲ ਦੀ ਜਿਹੜੀ CCTV ਫੁਟੇਜ ਹੈ ਉਹਦੀ ਮੋਨੀਟਰ ਹਾਈ ਕੋਰਟ ਆਪ ਕਰੇ, ਉਹਨੂੰ ਮੋਨੀਟਰ ਕਰੇ ਹਾਈ ਕੋਰਟ। ਮਾਤਾ ਦੀ ਬਿਮਾਰੀ ਦਾ ਬਹਾਨਾ ਬਣਾ ਕੇ ਗੁਰਮੀਤ ਰਾਮ ਰਹੀਮ ਨੇ ਪੈਰੋਲ ਮੰਗੀ ਸੀ ਕਿ ਜੇ ਮਾਤਾ ਬਿਮਾਰ ਆ ਤਾਂ ਉਹ ਹਸਪੀਟਲ ਵਿੱਚ ਐਡਮਿਟ ਹੋਊਗੀ। ਉੱਥੇ ਹਸਪੀਟਲ ਦੇ ਵਿੱਚ ਹੁਣ ਮਾਤਾ ਨੂੰ ਮਿਲਵਾਉਣ ਕਿਉਂ ਨਹੀਂ ਲਿਜਾਇਆ ਗਿਆ? ਇੱਕ ਫਾਰਮ ਹਾਊਸ ਦੇ ਅੰਦਰ ਮੀਟਿੰਗ ਕਰਵਾਈ ਗਈ ਔਰ ਉੱਥੇ ਹਨੀਪ੍ਰੀਤ ਔਰ ਡੇਰਾ ਦੀ ਮੈਨੇਜਮੈਂਟ, ਵਿਪਾਸਨਾ ਵਗੈਰਾ ਇਹ ਸਾਰੇ ਲੋਕ ਉੱਥੇ ਕੀ ਕਰ ਰਹੇ ਸਨ? ਫਾਰਮ ਹਾਊਸ ਦੇ ਵਿੱਚ ਅੰਦਰ ਦੂਜਾ ਛੜਯੰਤਰ ਤੇ ਨਹੀਂ ਚੱਲ ਰਿਹਾ ਕਿ ਜਦੋਂ ਪੰਜਾਬ ਦੇ ਵਿੱਚ ਉਗਰਵਾਦ ਦਾ ਦੌਰ ਸੀ ਤਾਂ ਉਸ ਦੌਰ ਦੇ ਵਿੱਚ ਇਹ ਡੇਰਾ ਜਿਹੜਾ ਹੈ ਹੌਲੀ ਹੌਲੀ ਗਰੋ ਕਰਦਾ ਗਿਆ। ਜਿਵੇਂ ਜਿਵੇਂ ਉਧਰ ਢਹਿੰਦੀ ਕਲਾਂ ਹੋਈ, ਡੇਰਾ ਜਿਹੜਾ ਹੈ ਉਹ ਉਹਨਾਂ ਉੱਭਰਦਾ ਗਿਆ ਔਰ ਉਹਦੇ ਪਿੱਛੇ ਕਿਤੇ ਨਾ ਕਿਤੇ ਕਿਹਾ ਜਾਂਦਾ ਹੈ ਕਿ ਡੇਰਾ ਹੈਡ ਗੁਰਮੀਤ ਰਾਮ ਰਹੀਮ ਜਿਹੜਾ ਹੈ ਇਹਦੇ ਪੰਜਾਬ ਦੇ ਕਈ ਜਿਹੜੇ ਖਾੜਕੂ ਸਨ ਉਹਨਾਂ ਦੇ ਨਾਲ ਇਹਦੇ ਰਿਲੇਸ਼ਨ ਸੀ। ਜ਼ਮੀਨਾਂ ਹਥਿਆਈਆਂ ਗਈਆਂ ਇੱਕ ਵੱਡਾ ਐਮਪਾਇਰ ਖੜਾ ਕਰਨ ਦੇ ਲਈ। ਉਦੋਂ ਬਾਅਦ ਲੋਕਾਂ ਦੇ ਵਿੱਚ ਟੈਰਰ ਪੈਦਾ ਕੀਤਾ ਗਿਆ ਵੀ ਆਂਢ ਗੁਆਂਢ ਦਾ ਕੋਈ ਵੀ ਬੰਦਾ ਸਾਡੇ ਖਿਲਾਫ ਮੂੰਹ ਖੋਲਣ ਦੀ ਹਿੰਮਤ ਨਾ ਕਰੇ। ਕੋਈ ਬੰਦਾ ਅਗਰ ਬੋਲਦਾ ਹੈ ਉਹਨੂੰ ਡਰਾਓ, ਧਮਕਾਓ, ਪੈਸੇ ਨਾਲ ਖਰੀਦੋ, ਜੇ ਫਿਰ ਵੀ ਨਹੀਂ ਹਟਦਾ ਤੇ ਜਾਨੋਂ ਮਾਰ ਦਿਓ। ਸਾਡੇ ਫਾਦਰ ਤੇ ਵੀ ਇਹੀ ਸਭ ਅਪਣਾਇਆ ਗਿਆ। ਤਾਂ ਗੁਰਮੀਤ ਰਾਮ ਰਹੀਮ ਹਨੀਪ੍ਰੀਤ ਨੂੰ ਆਪਣੇ ਕਮਰੇ ਦੇ ਵਿੱਚ ਕਿਉਂ ਰੱਖਦਾ ਹੈ? ਉਹ ਵਿਸ਼ਵਾਸ ਗੁਪਤੇ ਦੇ ਕਮਰੇ ਦੇ ਵਿੱਚ ਉਹਨੂੰ ਕਿਉਂ ਨਹੀਂ ਜਾਣ ਦਿੰਦਾ? ਹੌਲੀ ਹੌਲੀ ਇਹਨਾਂ ਚੀਜ਼ਾਂ ਨੇ ਸ਼ੱਕ ਪੈਦਾ ਕੀਤਾ ਵਿਸ਼ਵਾਸ ਗੁਪਤੇ ਦੇ ਦਿਮਾਗ ਦੇ ਵਿੱਚ। ਔਰ ਜਿਸ ਦਿਨ ਵਿਸ਼ਵਾਸ ਗੁਪਤੇ ਨੇ ਇਹ ਸਭ ਕੁਝ ਆਪਣੇ ਅੱਖੀਂ ਵੇਖਿਆ, ਪ੍ਰੈਸ ਕਲੱਬ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਚੰਡੀਗੜ੍ਹ ਪ੍ਰੈਸ ਕਲੱਬ ਦੇ ਵਿੱਚ, ਜਿਹਦੇ ਵਿੱਚ ਪਹਿਲੀ ਵਾਰ ਉਹਨੇ ਇਹ ਗੱਲ ਆਰੋਪ ਲਾਏ ਕਿ ਮੇਰੀ ਜਿਹੜੀ ਵਾਈਫ ਹੈ ਹਨੀਪ੍ਰੀਤ, ਉਹਦੇ ਬਾਬੇ ਦੇ ਨਾਲ ਨਜਾਇਜ਼ ਸੰਬੰਧ ਘੁਮਾ ਕੇ ਰੱਖ ਦਿੱਤਾ ਗਿਆ ਵਿਸ਼ਵਾਸ ਗੁਪਤੇ ਦੀ ਫੈਮਿਲੀ ਨੂੰ ਅਦਾਲਤੀ ਕਾਰਵਾਈ ਦੇ ਵਿੱਚ। ਤੇ ਅਲਟੀਮੇਟਲੀ ਉਹ ਅੰਦਰੋਂ ਟੁੱਟ ਗਏ ਔਰ ਉਹਨਾਂ ਨੂੰ ਜਾ ਕੇ ਡੇਰੇ ਦੇ ਅੰਦਰ ਸਮਝੌਤਾ ਕਰਨਾ ਪਿਆ, ਭਰੀ ਸਭਾ ਦੇ ਵਿੱਚ ਮਾਫੀ ਮੰਗਣੀ ਪਈ ਔਰ ਇਹ ਕਹਿਣਾ ਪਿਆ ਕਿ ਸਾਥੋਂ ਗਲਤੀ ਹੋਈ। ਇੰਨੀ ਵੱਡੀ ਕਰਤੂਤ ਕਰਨ ਦੇ ਬਾਵਜੂਦ ਡੇਰਾ ਹੈਡ ਇਸ ਕਾਰਗੁਜ਼ਾਰੀ 'ਚ ਕਾਮਯਾਬ ਹੋਇਆ ਕਿ ਉਹਨੇ ਵਿਸ਼ਵਾਸ ਗੁਪਤੇ ਦੀ ਫੈਮਿਲੀ ਨੂੰ ਗਲਤ ਠਹਿਰਾਇਆ ਔਰ ਇਹ ਆਖਿਆ ਕਿ ਹਾਂ ਇੱਥੇ ਮਾਫੀ ਮੰਗੋ। ਹਾਜ਼ਰੀ ਜੀ, ਇੱਕ ਵਾਰ ਫਿਰ ਤੋਂ ਤੁਹਾਡੇ ਸਾਰਿਆਂ ਨਾਲ ਪ੍ਰੋਗਰਾਮ ਪ੍ਰਾਈਮ ਸਪੈਸ਼ਲ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਮੈਂ ਕੁਝ ਖਾਸ ਬੰਦਿਆਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਂਦਾ ਰਹਿੰਦਾ, ਜਿਨ੍ਹਾਂ ਦਾ ਸੰਬੰਧ ਅੱਜ ਕੱਲ੍ਹ ਦੇ ਜਾਂ ਉਸ ਸਮੇਂ ਦੀਆਂ ਜਿਹੜੀਆਂ ਖਾਸ ਸੁਰਖੀਆਂ ਹੁੰਦੀਆਂ ਨੇ ਉਹਨਾਂ ਦੇ ਨਾਲ ਹੁੰਦਾ। ਇਸ ਵਕਤ ਜਿਹੜਾ ਮੁੱਦਾ ਬਹੁਤ ਜ਼ਿਆਦਾ ਚਰਚਾ 'ਚ ਹੈ ਉਹ ਹੈ ਕਿ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਵਾਰ-ਵਾਰ ਜਿਹੜੀਆਂ ਸਰਕਾਰਾਂ ਨੇ ਉਹ ਕਦੀ ਕਿਸੇ ਕਾਰਨ ਕਰਕੇ ਕਦੀ ਕਿਸੇ ਕਾਰਨ ਕਰਕੇ ਪੈਰੋਲ 'ਤੇ ਬਾਹਰ ਲਿਆ ਰਹੀਆਂ। ਹੁਣ ਉਹਦਾ ਇਲੈਕਸ਼ਨਾਂ ਨਾਲ ਕੋਈ ਲਿੰਕ ਹੈ ਜਾਂ ਉਹਦਾ ਕੋਈ ਹੋਰ ਲਿੰਕ ਹੈ, ਇਹ ਬਹੁਤ ਸਾਰੇ ਲੋਕ ਇਸ ਚੀਜ਼ ਨੂੰ ਜੋੜ ਰਹੇ ਨੇ। ਇਹ ਮੁੱਦਾ ਇਸ ਕਰਕੇ ਥੋੜ੍ਹਾ ਜਿਹਾ ਜ਼ਿਆਦਾ ਇੰਪੋਰਟੈਂਟ ਹੋ ਜਾਂਦਾ ਕਿਉਂਕਿ ਜਿਸ ਕੇਸ ਦੇ ਵਿੱਚ ਉਮਰ ਕੈਦ ਦੀ ਸਜ਼ਾ ਇਸ ਵਕਤ ਭੁਗਤੀ ਜਾ ਰਹੀ ਹੈ ਗੁਰਮੀਤ ਰਾਮ ਰਹੀਮ ਵੱਲੋਂ, 2002 ਦੇ ਵਿੱਚ ਪੱਤਰਕਾਰ ਰਾਮਚੰਦਰ ਛਤਰਪਤੀ ਹੋਰਾਂ ਦਾ ਮਰਡਰ ਹੁੰਦਾ ਹੈ ਐਂਡ ਉਹਨਾਂ ਦੇ ਪੁੱਤਰ ਨੇ ਅੰਸ਼ੁਲ ਛਤਰਪਤੀ ਜੀ, ਜਿਨ੍ਹਾਂ ਨੇ ਇਹ ਹਾਈ ਕੋਰਟ ਦੇ ਜੱਜ ਸਾਹਿਬ ਨੂੰ ਚਿੱਠੀ ਲਿਖ ਕੇ ਕਿਹਾ ਕਿ ਵੀ ਇਹ ਜੋ ਕੁਝ ਵੀ ਕੀਤਾ ਜਾ ਰਿਹਾ ਹੈ ਜੀ ਇਹਦੇ 'ਤੇ ਚੈੱਕ ਕਰੋ ਕਿਉਂਕਿ ਇਹ ਸਭ ਠੀਕ ਨਹੀਂ ਲੱਗ ਰਿਹਾ, ਸਰਕਾਰ ਸ਼ਾਇਦ ਬਾਬੇ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੀ। ਉਹ ਸਾਰਾ ਮਾਮਲਾ ਹੈ ਕਿ ਇਸ ਸਾਰੇ ਕੁਝ ਨੂੰ ਬਹੁਤ ਨੇੜਿਓਂ ਜਿਨ੍ਹਾਂ ਨੇ ਇੰਨੇ ਸਾਲਾਂ ਤੋਂ ਤੱਕਿਆ ਹੰਡਾਇਆ, ਅੱਜ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਮੇਰੇ ਨਾਲ ਨੇ ਅੰਸ਼ੁਲ ਛਤਰਪਤੀ ਜੀ। ਅੰਸ਼ੁਲ ਜੀ, ਬਹੁਤ ਧੰਨਵਾਦ ਤੁਹਾਡਾ ਸਮਾਂ ਦੇਣ ਦੇ ਲਈ ਤੇ ਬਹੁਤ ਸਵਾਗਤ ਪ੍ਰਾਈਮ ਏਸ਼ੀਆ TV ਤੇ। ਜੀ ਸ਼ੁਕਰੀਆ। ਅੰਸ਼ੁਲ ਜੀ, ਇਸ ਵਕਤ ਜਿਹੜੀ ਉਹ ਚਿੱਠੀ ਹੈ ਜਿਹਦੀ ਚਰਚਾ ਹੈ ਕਿ ਤੁਸੀਂ ਜੱਜ ਸਾਹਿਬ ਨੂੰ ਇਹ ਬੇਨਤੀ ਕੀਤੀ ਹੈ ਕਿ ਵਾਰ-ਵਾਰ ਜਿਸ ਤਰ੍ਹਾਂ ਸਰਕਾਰ ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਗੁਰਮੀਤ ਰਾਮ ਰਹੀਮ ਨੂੰ ਜਾਂ ਡੇਰਾ ਸਿਰਸਾ ਮੁਖੀ ਨੂੰ ਪੈਰੋਲ ਦਿੱਤੀ ਜਾਵੇ ਜਾਂ ਉਹਨੂੰ ਬਾਹਰ ਰੱਖਿਆ ਜਾਵੇ, ਉਹ ਸ਼ੱਕੀ ਹੈ। ਉਹ ਚਿੱਠੀ ਤੁਹਾਨੂੰ ਕਿਉਂ ਲਿਖਣੀ ਪਈ ਐਂਡ ਤੁਹਾਨੂੰ ਇੱਦਾਂ ਕਿਉਂ ਲੱਗਦਾ ਕਿ ਵੀ ਇਹ ਸਾਰਾ ਕੁਝ ਠੀਕ ਨਹੀਂ? ਮੈਂ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਜੀ ਕਿ ਜਿਹੜਾ ਗੁਰਮੀਤ ਰਾਮ ਰਹੀਮ ਦਾ ਜਿਸ ਤਰੀਕੇ ਦੀ ਉਹਦੀ ਹਿਸਟਰੀ ਰਹੀ,
ਹੁਣ ਤਿੱਕਣ ਅਸੀਂ ਇਸ ਮਾਮਲੇ ਨੂੰ ਕਈ ਸਾਲਾਂ ਤੱਕ ਲਗਾਤਾਰ, ਕਿਉਂਕਿ ਇਹ ਅੰਡਰ ਟਰਾਇਲ ਸੀ ਕੋਰਟ ਦੇ ਵਿੱਚ, ਉਦੋਂ ਪਹਿਲਾਂ ਇਹਦੇ ਵਿੱਚ ਇਨਵੈਸਟੀਗੇਸ਼ਨ ਚੱਲਦੀ ਰਹੀ ਲੰਮੇ ਸਮੇਂ ਤੱਕ। ਜੀ ਤਾਂ ਇਸ ਸਾਰੇ ਮਾਮਲਿਆਂ ਨੂੰ ਪ੍ਰੈਸ਼ਰਾਈਜ਼ ਕਰਨ ਦੇ ਵਾਸਤੇ ਉਹਨਾਂ ਨੇ ਕੀ ਤੌਰ ਤਰੀਕੇ ਅਪਣਾਏ ਡੇਰੇ ਵਾਲਿਆਂ ਨੇ। ਗੁਰਮੀਤ ਰਾਮ ਰਹੀਮ ਨੇ ਕਿਸ ਤਰੀਕੇ ਨਾਲ ਇੱਕ VIP ਜਿਹੜਾ ਉਹਨੂੰ ਸਟੇਟ ਨੇ VIP ਆਰੋਪੀ ਬਣਾ ਕੇ ਰੱਖਿਆ, ਜਿਹੜਾ ਬੰਦਾ ਇੱਕ ਬਲਾਤਕਾਰ ਕਤਲਾਂ ਦੇ ਮਾਮਲਿਆਂ ਦਾ ਟਰਾਇਲ ਭੁਗਤ ਰਿਹਾ ਹੋਵੇ, ਉਹਨੂੰ ਇਸ ਤਰੀਕੇ ਨਾਲ VIP ਬਣਾ ਕੇ ਕੋਰਟਾਂ ਦੇ ਵਿੱਚ ਪੇਸ਼ ਕਰਨ ਲਿਜਾਂਦੇ ਰਹੇ। ਤਾਂ ਹਿਸਟਰੀ ਜਿਹੜੀ ਹੈ ਉਹ ਕਿਤੇ ਨਾ ਕਿਤੇ ਠੀਕ ਨਹੀਂ ਰਹੀ। ਇਹਨਾਂ ਮਾਮਲਿਆਂ ਨੂੰ ਦਬਾਉਣ ਦੇ ਲਈ ਉਹਨਾਂ ਨੇ ਪੂਰੇ ਸਟੇਟ ਦੇ ਵਿੱਚ ਹੋਰ ਕਈ ਥਾਵਾਂ ਤੇ ਉਹਨਾਂ ਨੇ ਅਜਿਹੀਆਂ ਕਾਰਗੁਜ਼ਾਰੀਆਂ ਕੀਤੀਆਂ ਜਿਹੜੀਆਂ ਕਿਤੇ ਨਾ ਕਿਤੇ ਸਾਨੂੰ ਜਿਹੜਾ ਹੈ ਉਹ ਸਾਡੇ ਦਿਮਾਗ ਦੇ ਵਿੱਚ ਸ਼ੱਕ ਪੈਦਾ ਕਰਦੀਆਂ ਨੇ। ਔਰ 25 ਅਗਸਤ 2017 ਨੂੰ, ਜਿਸ ਦਿਨ ਜਬਰ ਜਨਾਹ ਦੇ ਮਾਮਲੇ ਦੇ ਵਿੱਚ ਪਹਿਲੀ ਵਾਰ ਗੁਰਮੀਤ ਰਾਮ ਰਹੀਮ ਨੂੰ ਕੋਰਟ ਨੇ, ਪੰਚਕੂਲੇ ਦੀ CBI ਕੋਰਟ ਨੇ ਉੱਥੇ ਬੁਲਾਇਆ ਪਰਸਨਲੀ। ਔਰ ਕਿਉਂਕਿ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਅਦਾਲਤ ਨੇ ਇਹਨੂੰ ਪਰਸਨਲ ਅਪੀਅਰੈਂਸ ਤੋਂ ਛੂਟ ਦੇ ਰੱਖੀ ਸੀ। ਜੀ ਔਰ ਇਸ ਛੂਟ ਦੇ ਮਾਇਨੇ ਇਹ ਸੀ ਕਿ ਉਹ ਸਰਸੇ ਦੀ ਅਦਾਲਤ ਦੇ ਵਿੱਚੋਂ ਪੇਸ਼ ਹੁੰਦਾ ਰਵੇ ਔਰ ਉਹਦੀ ਵੀਡੀਓ ਕਾਨਫਰੰਸਿੰਗ ਰਾਹੀਂ CBI ਦੀ ਅਦਾਲਤ ਦੇ ਵਿੱਚ ਹਾਜ਼ਰੀ ਲੱਗਦੀ ਰਵੇ। ਲੇਕਿਨ ਜਿੱਦਣ ਇਸ ਮਾਮਲੇ ਦੇ ਵਿੱਚ ਸਜ਼ਾ ਐਲਾਨੀ ਜਾਣੀ ਸੀ, ਜਾਂ ਅਸੀਂ ਕਹੀਏ ਕਿ ਵਰਡਿਕਟ ਆਉਣਾ ਸੀ, ਤਾਂ ਉਸ ਦਿਨ ਗੁਰਮੀਤ ਰਾਮ ਰਹੀਮ ਨੂੰ ਪਰਸਨਲ ਅਪੀਅਰ ਹੋਣ ਵਾਸਤੇ ਪੰਚਕੂਲੇ ਸੱਦਿਆ ਗਿਆ ਹੈ। CBI ਦੇ ਮਾਣਯੋਗ ਜੱਜ ਜਗਦੀਪ ਸਿੰਘ ਜੀ ਵੱਲੋਂ ਇਹ ਆਰਡਰ ਕੀਤੇ ਗਏ। ਲੇਕਿਨ ਸਰਕਾਰ ਨੂੰ ਇਹ ਖਦਸ਼ਾ ਸੀ ਕਿ ਪਤਾ ਨਹੀਂ ਗੁਰਮੀਤ ਰਾਮ ਰਹੀਮ ਅਦਾਲਤ ਦੇ ਵਿੱਚ ਹਾਜ਼ਰ ਹੋਣ ਜਾਏਗਾ ਜਾਂ ਨਹੀਂ, ਤੇ ਸਰਕਾਰ ਦੇ ਹੱਥ ਪੈਰ ਫੁੱਲੇ ਹੋਏ ਸੀ ਕਿ ਜੇ ਇਹ ਅਦਾਲਤ ਦੇ ਵਿੱਚ ਹਾਜ਼ਰ ਨਹੀਂ ਹੁੰਦਾ ਤੇ ਮਾਣਯੋਗ ਅਦਾਲਤ ਦੀ ਜੇ ਕਿਤੇ ਉਹਦੇ ਆਦੇਸ਼ਾਂ ਦੀ ਉਲੰਘਣਾ ਹੁੰਦੀ ਹੈ ਤਾਂ ਸਰਕਾਰ ਦੇ ਉੱਤੇ ਸਾਰੀ ਦੀ ਸਾਰੀ ਕਹਾਣੀ ਆਏਗੀ ਇਹਨੂੰ ਪੇਸ਼ ਕਰਨ ਦੀ, ਕਿਉਂਕਿ ਜ਼ਿੰਮੇਵਾਰੀ ਜਿਹੜੀ ਹੈ ਉਹ ਸਟੇਟ ਗਵਰਨਮੈਂਟ ਦੀ ਹੈ। ਜੀ ਤਾਂ ਸਰਕਾਰ ਨੂੰ ਇਹ ਸੀ ਕਿ ਜੇ ਕਿਤੇ ਇਹਨੂੰ ਡੇਰੇ ਦੇ ਅੰਦਰਿਓਂ ਕੱਢ ਕੇ ਅਦਾਲਤ ਦੇ ਵਿੱਚ ਲਿਜਾਣਾ ਪਿਆ ਤੇ ਬਹੁਤ ਔਖਾ ਹੋ ਜੂ। ਇਸ ਕਰਕੇ ਸਰਕਾਰ ਜਿਹੜਾ ਹੈ ਉਹ ਵੀ ਫੂਕ ਕੇ ਪੈਰ ਰੱਖ ਰਹੀ ਸੀ। ਔਰ ਉਸ ਦਰਮਿਆਨ ਹਜ਼ਾਰਾਂ ਲੱਖਾਂ ਦੀ ਤਾਦਾਦ ਦੇ ਵਿੱਚ ਲੋਕ ਜਿਹੜਾ ਹੈ ਉਹ ਜੁਟਣੇ ਸ਼ੁਰੂ ਹੋ ਗਏ ਪੰਚਕੂਲੇ ਦੀ ਅਦਾਲਤ ਦੇ ਮੂਹਰੇ। ਅਲਟੀਮੇਟਲੀ ਜਿੱਦਣ ਇਹ ਸਜ਼ਾ ਐਲਾਨੀ ਗਈ 25 ਅਗਸਤ 2017 ਨੂੰ, ਤਾਂ ਬਹੁਤ ਵੱਡਾ ਜਿਹੜਾ ਇੱਕ ਤਾਂਡਵ ਹੋਇਆ ਪੰਚਕੂਲੇ ਦੇ ਵਿੱਚ। ਤੁਸੀਂ ਸਾਰਿਆਂ ਨੇ ਵੇਖਿਆ, ਸਾਰੇ ਜੱਗ ਨੇ ਵੇਖਿਆ ਕਿ ਕਿਵੇਂ ਉਸ ਦਿਨ ਇੱਕ ਬੜੀ ਵੱਡੀ ਹਿੰਸਾ ਫੈਲ ਗਈ ਪੂਰੇ ਸੂਬੇ ਦੇ ਵਿੱਚ। ਸਰਸੇ ਦੇ ਵਿੱਚ ਵੀ ਕਰਫਿਊ ਲਾਣਾ ਪਿਆ, ਗੋਲੀ ਚੱਲੀ, 7-8 ਬੰਦੇ ਇੱਥੇ ਵੀ ਮਾਰੇ ਗਏ। ਤਾਂ ਸਰਕਾਰ ਨੂੰ ਲਾ ਐਂਡ ਆਰਡਰ ਕੰਟਰੋਲ ਕਰਨ ਦੇ ਵਾਸਤੇ ਸਰਕਾਰ ਦਾ ਬਿਲਕੁਲ ਮਤਲਬ ਮੈਂ ਕਹਿੰਦਾ ਹਰਿਆਣਾ ਪੁਲਿਸ ਜਿਹੜੀ ਹੈ ਉਹ ਫੇਲ ਹੋ ਗਈ ਸੀ। ਅਲਟੀਮੇਟਲੀ ਮਾਣਯੋਗ ਹਾਈ ਕੋਰਟ ਨੂੰ ਇਹਦੇ ਵਿੱਚ ਇੰਟਰਵੀਨ ਕਰਨਾ ਪਿਆ। ਤਾਂ ਹਿਸਟਰੀ ਇਸ ਤਰ੍ਹਾਂ ਦੀ ਰਹੀ ਹੈ ਜਿਹਦੇ ਕਰਕੇ ਸਾਨੂੰ ਇਹ ਖਦਸ਼ਾ ਹੈ ਕਿ ਜੇ ਗੁਰਮੀਤ ਰਾਮ ਰਹੀਮ ਨੂੰ ਦੁਬਾਰਾ ਜੇਲ੍ਹ ਚੋਂ ਬਾਹਰ ਕੱਢਿਆ ਜਾਂਦਾ ਹੈ ਤਾਂ ਦੁਬਾਰਾ ਫਿਰ ਤੋਂ ਉਹ ਹਾਲਾਤ ਪੈਦਾ ਨਾ ਹੋ ਜਾਣ। ਇਸ ਕਰਕੇ ਅਸੀਂ ਮਾਣਯੋਗ ਹਾਈ ਕੋਰਟ ਨੂੰ ਇਹ ਲੈਟਰ ਲਿਖਿਆ ਹੈ ਕਿ ਸਰਕਾਰ ਬਾਰ-ਬਾਰ ਥੋੜੀ ਛੂਟ ਦੇ ਕੇ ਜਿਸ ਤਰ੍ਹਾਂ ਉਹਨੂੰ ਬਾਹਰ ਲਿਆ ਰਹੀ ਹੈ, ਕਿਤੇ ਨਾ ਕਿਤੇ ਇੱਕ ਟਰੈਕ ਤਿਆਰ ਕੀਤਾ ਜਾ ਰਿਹਾ ਹੈ ਜਿਹਦੇ ਰਾਹੀਂ ਕੱਲ ਨੂੰ ਇੱਕ ਰਿਕਾਰਡ ਮੇਨਟੇਨ ਕੀਤਾ ਜਾਵੇ ਕਿ ਹਾਂ ਅਸੀਂ ਪਹਿਲਾਂ ਇਹਨੂੰ 4 ਵਾਰ ਬਾਹਰ ਕੱਢ ਚੁੱਕੇ ਹਾਂ, ਭਾਵੇਂ ਉਹ ਇਲਾਜ ਦੇ ਲਈ ਜਾਂ ਮਾਂ ਦੀ ਬਿਮਾਰੀ ਦੇ ਬਹਾਨੇ। ਉਹਨਾਂ 4 ਵਾਰੀਆਂ ਦਾ ਰਿਕਾਰਡ ਦਿਖਾ ਕੇ ਤੇ ਇਹਨੂੰ ਹੌਲੀ ਕਿਤੇ ਨਾ ਕਿਤੇ ਸਰਸੇ ਪੈਰੋਲ ਤੇ ਲਿਆਉਣ ਦੀ ਤਿਆਰੀ ਤੇ ਨਹੀਂ ਚੱਲ ਰਹੀ, ਜਾਂ ਕੋਈ ਹੋਰ ਅੰਦਰ ਗੁੱਝਾ ਛੜਯੰਤਰ ਤੇ ਨਹੀਂ ਚੱਲ ਰਿਹਾ। ਇਹਨਾਂ ਗੱਲਾਂ ਨੂੰ ਅਸੀਂ ਆਪਦੇ ਲੈਟਰ ਦੇ ਵਿੱਚ ਮਾਣਯੋਗ ਹਾਈ ਕੋਰਟ ਨੂੰ ਲਿਖਿਆ ਹੈ ਕਿ ਤੁਸੀਂ ਇਸ ਮਾਮਲੇ ਦੇ ਵਿੱਚ ਇੰਟਰਵੀਨ ਕਰਕੇ ਸਰਕਾਰ ਦੀਆਂ ਇਹਨਾਂ ਬਦਮਾਸ਼ੀਆਂ ਤੇ ਇਹਨਾਂ ਕਾਰਗੁਜ਼ਾਰੀਆਂ ਤੇ ਰੋਕ ਲਾਓ। ਜੇਲ੍ਹ ਅਥਾਰਟੀਜ਼ ਨੂੰ ਪੁੱਛੋ ਕਿ ਕਿਸ ਬਿਹਾਫ ਤੇ ਇੱਕ ਜਿਹੜਾ ਕੈਦੀ ਹੈ ਬਲਾਤਕਾਰ ਤੇ ਕਤਲ ਦਾ ਮਾਮਲੇ ਦੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ, ਉਹਨੂੰ ਕਿਸ ਬਿਹਾਫ ਤੇ ਤੁਸੀਂ ਇੱਕ 5 ਸਟਾਰ ਹਸਪੀਟਲ ਦੇ ਵਿੱਚ ਇਲਾਜ ਦੇ ਲਈ ਲੈ ਕੇ ਜਾ ਰਹੇ ਹੋ। ਦੂਸਰੀ ਗੱਲ ਅਸੀਂ ਇਹ ਪੁੱਛੀ ਹੈ ਕਿ ਸੂਬੇ ਦੇ ਵਿੱਚ ਹੋਰ ਕਿੰਨੇ ਕੁ ਇਹੋ ਜਿਹੇ ਕੈਦੀ ਨੇ ਜਿਨ੍ਹਾਂ ਨੂੰ ਅਜਿਹਾ VIP ਟ੍ਰੀਟਮੈਂਟ ਦਿੱਤਾ ਜਾਂਦਾ ਹੈ, ਉਹਨਾਂ ਨੂੰ ਸਰਕਾਰੀ ਹਸਪਤਾਲਾਂ ਦੇ ਵਿੱਚ ਲਿਜਾਇਆ ਜਾਂਦਾ ਹੈ, ਉੱਥੇ ਜਾ ਕੇ ਉਹਨਾਂ ਦਾ ਟ੍ਰੀਟਮੈਂਟ ਕਰਵਾਇਆ ਜਾਂਦਾ ਹੈ। ਤਾਂ ਗੁਰਮੀਤ ਰਾਮ ਰਹੀਮ ਦੇ ਨਾਲ ਇਹੋ ਜਿਹਾ VIP ਉਹਨੂੰ ਟ੍ਰੀਟਮੈਂਟ ਕਿਉਂ ਦਿੱਤਾ ਜਾ ਰਿਹਾ? ਅੰਸ਼ੁਲ ਜੀ, ਇੱਕ ਚੀਜ਼ ਮੈਨੂੰ ਥੋੜ੍ਹੀ ਜਿਹੀ ਸਮਝਾਇਓ
ਕਿ ਇਹਦੇ 'ਚ ਸ਼ਾਇਦ ਤੁਸੀਂ ਡਿਮਾਂਡ ਇਹ ਵੀ ਕੀਤੀ ਹੈ ਕਿ ਉਹ ਜਿੱਥੇ ਵੀ ਬਾਬਾ ਹੈ ਜਾਂ ਜਿੱਥੇ ਉਹਨੂੰ ਰੱਖਣਾ, ਉਹਦੀ CCTV ਫੁਟੇਜ ਜਿਹੜੀ ਉਹ ਚਾਹੀਦੀ ਹੈ, ਜਾਂ ਉਹਦੇ ਕਮਰੇ ਤੱਕ ਵੀ ਆਪਾਂ ਨੂੰ CCTV ਲਾਇਆ ਜਾਵੇ ਜਾਂ ਵੇਖਿਆ ਜਾਵੇ, ਨਿਗਰਾਨੀ ਇਹ। ਬਿਲਕੁਲ ਉਸ ਗੱਲ ਦੀ ਅਸੀਂ ਡਿਮਾਂਡ ਇਸ ਕਰਕੇ ਕੀਤੀ ਆ ਹੂੰ ਕਿਉਂਕਿ ਸਰਕਾਰ ਵਾਰ-ਵਾਰ ਇਹ ਕਹਿ ਰਹੀ ਹੈ ਕਿ ਉਹਦੇ ਦੇਖੋ ਜੀ ਉਹਦੇ ਇੰਟਰਨਲ ਕੁਝ ਇਸ ਤਰ੍ਹਾਂ ਦੀਆਂ ਪ੍ਰੋਬਲਮ ਸੀਗੀਆਂ ਉਹਦੇ, ਹੂੰ ਜਿਹਦੇ ਟੈਸਟ ਜਿਹੜੇ ਨੇ ਉਹ PGI ਰੋਹਤਕ ਦੇ ਵਿੱਚ ਅਵੇਲੇਬਲ ਨਹੀਂ ਸਨ ਤੇ ਇਸ ਕਰਕੇ ਸਾਨੂੰ ਉਹ ਮੈਦਾਨਤਾ ਦੇ ਵਿੱਚ ਲੈ ਕੇ ਜਾਣਾ ਪਿਆ। ਰਾਤੋਂ ਰਾਤ ਜਦੋਂ ਉਹਨੂੰ ਮੈਦਾਨਤਾ ਦੇ ਵਿੱਚ ਲਿਜਾਂਦਾ ਗਿਆ ਤਾਂ ਹਨੀਪ੍ਰੀਤ ਰਾਤੋਂ ਰਾਤ ਸਰਸੇ ਤੋਂ ਮੈਦਾਨਤਾ ਪਹੁੰਚ ਗਈ। ਸਵੇਰੇ ਉਹਦਾ ਅਟੈਂਡੈਂਟ ਕਾਰਡ ਬਣਵਾ ਦਿੱਤਾ ਗਿਆ। ਤਾਂ ਇਹਨਾਂ ਗੱਲਾਂ ਕਰਕੇ ਸਾਨੂੰ ਥੋੜਾ ਜਿਹਾ ਸ਼ੱਕ ਹੋਇਆ ਕਿ ਕਿਤੇ VIP ਟ੍ਰੀਟਮੈਂਟ ਦੇ ਬਹਾਨੇ ਮੈਦਾਨਤਾ ਦੇ ਵਿੱਚ ਕਿਤੇ ਐਸ਼ ਤੇ ਨਹੀਂ ਕਰਵਾਈ ਜਾ ਰਹੀ। ਇਸ ਕਰਕੇ ਅਸੀਂ ਮਾਨਯੋਗ ਹਾਈ ਕੋਰਟ ਨੂੰ ਲਿਖਿਆ ਕਿ ਉਸ ਹਸਪੀਟਲ ਦੀ ਜਿਹੜੀ CCTV ਫੁਟੇਜ ਹੈ ਉਹਦੀ ਮੋਨੀਟਰ ਹਾਈ ਕੋਰਟ ਆਪ ਕਰੇ, ਉਹਨੂੰ ਮੋਨੀਟਰ ਕਰੇ ਹਾਈ ਕੋਰਟ, ਤਾਂ ਕਿ ਇਹ ਪਤਾ ਲੱਗੇ ਕਿ ਉੱਥੇ ਕੌਣ ਜਾ ਰਿਹਾ, ਕੌਣ ਆ ਰਿਹਾ, ਕੌਣ ਮਿਲ ਰਿਹਾ ਔਰ ਇਲਾਜ ਕੀ ਚੱਲ ਰਿਹਾ ਹੈ। ਕਿਤੇ ਕੋਈ ਵੱਡੀ ਬਦਮਾਸ਼ੀ ਤੇ ਨਹੀਂ ਚੱਲ ਰਹੀ, ਵੱਡਾ ਕੋਈ ਛਡਯੰਤਰ ਤੇ ਨਹੀਂ ਚੱਲ ਰਿਹਾ। ਕਿਉਂਕਿ ਪਿਛਲੇ ਦਿਨੀ ਮਾਤਾ ਦੀ ਬਿਮਾਰੀ ਦਾ ਬਹਾਨਾ ਬਣਾ ਕੇ ਗੁਰਮੀਤ ਰਾਮ ਰਹੀਮ ਨੇ ਪੈਰੋਲ ਮੰਗੀ ਸੀ ਔਰ 21 ਮਈ 2021 ਨੂੰ, ਪਿਛਲੇ ਮਹੀਨੇ ਦੀ ਮੈਂ ਗੱਲ ਕਰ ਰਿਹਾ, ਗੁਰਮੀਤ ਰਾਮ ਰਹੀਮ ਨੂੰ ਜੇਲ੍ਹ ਤੋਂ ਬਾਹਰ ਕੱਢਿਆ ਗਿਆ ਔਰ ਮਾਤਾ ਦੀ ਬਿਮਾਰੀ ਦੇ ਬਹਾਨੇ ਉਹਨੂੰ ਲੈ ਕੇ ਜਾਇਆ ਗਿਆ ਇੱਕ ਫਾਰਮ ਹਾਊਸ ਵਿੱਚ। ਤਾਂ ਇਹ ਗੱਲ ਜਿਹੜੀ ਹੈ ਕਿਤੇ ਨਾ ਕਿਤੇ ਸ਼ੱਕ ਪੈਦਾ ਕਰਦੀ ਆ ਕਿ ਜੇ ਮਾਤਾ ਬਿਮਾਰ ਆ ਤਾਂ ਉਹ ਹਸਪੀਟਲ ਵਿੱਚ ਐਡਮਿਟ ਹੋਊਗੀ। ਉੱਥੇ ਹਸਪੀਟਲ ਦੇ ਵਿੱਚ ਹੁਣ ਮਾਤਾ ਨੂੰ ਮਿਲਵਾਉਣ ਕਿਉਂ ਨਹੀਂ ਲਿਜਾਇਆ ਗਿਆ? ਇੱਕ ਫਾਰਮ ਹਾਊਸ ਦੇ ਅੰਦਰ ਮੀਟਿੰਗ ਕਰਵਾਈ ਗਈ ਔਰ ਉੱਥੇ ਹਨੀਪ੍ਰੀਤ ਔਰ ਡੇਰਾ ਦੀ ਮੈਨੇਜਮੈਂਟ, ਵਿਪਾਸਨਾ ਵਗੈਰਾ, ਇਹ ਸਾਰੇ ਲੋਕ ਉੱਥੇ ਕੀ ਕਰ ਰਹੇ ਸਨ ਫਾਰਮ ਹਾਊਸ ਦੇ ਵਿੱਚ? ਤਾਂ ਇਹ ਕਿਤੇ ਕੋਈ ਵੱਡਾ ਛਡਯੰਤਰ ਦੁਬਾਰਾ ਤੇ ਨਹੀਂ ਤਿਆਰ ਕੀਤਾ ਜਾ ਰਿਹਾ? ਦੁਬਾਰਾ ਡੇਰੇ ਨੂੰ ਐਸਟੈਬਲਿਸ਼ ਕਰਨ ਦੇ ਲਈ ਇਸ ਤਰ੍ਹਾਂ ਦੀ ਜਿਹੜੀਆਂ ਕਾਰਗੁਜ਼ਾਰੀਆਂ ਉਹ ਤੇ ਨਹੀਂ ਕੀਤੀਆਂ ਜਾ ਰਹੀਆਂ ਸਰਕਾਰ ਦੀ ਸ਼ਹਿ ਤੇ? ਤਾਂ ਇਸ ਕਰਕੇ ਅਸੀਂ ਇਹ ਦੁਬਾਰਾ ਮਾਨਯੋਗ ਹਾਈ ਕੋਰਟ ਨੂੰ ਲਿਖਿਆ ਕਿ ਇਹਨੂੰ ਮੋਨੀਟਰ ਕਰੋ ਇਸ ਸਾਰੇ ਮਾਮਲੇ ਨੂੰ ਔਰ ਸਰਕਾਰ ਦੇ ਉੱਪਰ ਵੀ, ਜੇਲ੍ਹ ਅਥਾਰਟੀਜ਼ ਦੇ ਉੱਪਰ ਵੀ ਇੱਕ ਚੈੱਕ ਲਾਓ ਕਿ ਦੁਬਾਰਾ ਤੋਂ ਇਸ ਤਰ੍ਹਾਂ ਦੀ ਕਾਰਗੁਜ਼ਾਰੀ ਕਰਨ ਤੋਂ ਪਹਿਲਾਂ ਸਾਡੇ ਤੋਂ ਪਰਮਿਸ਼ਨ ਲਈ ਜਾਵੇ, ਸਾਡੇ ਤੋਂ ਪੁੱਛਿਆ ਜਾਵੇ। ਇਹਦੇ 'ਚ ਮੈਂ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਜ਼ਰੂਰ ਦੱਸ ਦਿਆਂ ਜੀ ਕਿ ਹੋ ਸਕਦਾ ਜੇ ਤੁਸੀਂ ਇਹਨੂੰ ਹੁਣੇ ਦੇਖਣ ਲੱਗੇ ਹੋ ਪ੍ਰੋਗਰਾਮ ਨੂੰ ਤਾਂ ਤੁਹਾਡੇ ਮਨ 'ਚ ਆਵੇ ਕਿ ਅੰਸ਼ੁਲ ਛਤਰਪਤੀ ਹੁਰੀ ਕੌਣ ਨੇ, ਐਂਡ ਕਿਉਂ ਚਿੱਠੀਆਂ ਲਿਖ ਰਹੇ ਨੇ। ਮੈਂ ਇੱਕ ਵਾਰ ਫਿਰ ਦੱਸ ਦਿਆਂ ਕਿ 2002 ਦੇ ਵਿੱਚ ਇੱਕ ਕਤਲ ਹੁੰਦਾ ਹੈ ਜੀ ਪੱਤਰਕਾਰ ਰਾਮਚੰਦਰ ਛਤਰਪਤੀ ਹੋਰਾਂ ਦਾ। ਉਹਨਾਂ ਦਾ ਕਤਲ ਕਿਉਂ ਹੁੰਦਾ ਤੇ ਉਹ ਕੀ ਕਹਾਣੀ ਆਪਾਂ ਉਹ ਵੀ ਸੁਣ ਲਵਾਂਗੇ। ਇਹ ਉਹਨਾਂ ਦੇ ਸਪੁੱਤਰ ਨੇ ਅੰਸ਼ੁਲ ਛਤਰਪਤੀ ਹੁਰੀ, ਐਂਡ ਇਹਨਾਂ ਦੇ ਉਸ ਕੇਸ ਦਾ ਕਰਕੇ ਹੀ ਬਾਬੇ ਨੂੰ ਜਿਹੜੀ ਸਜ਼ਾ ਹੋਈ ਸੀ 2019 ਦੇ ਵਿੱਚ। 17 'ਚ ਇੱਕ ਸਜ਼ਾ ਹੁੰਦੀ ਹੈ, 2019 'ਚ ਅਗਲੀ ਸਜ਼ਾ ਹੁੰਦੀ ਹੈ। ਅੰਸ਼ੁਲ ਜੀ, ਉਹ ਜਿਹੜੀ ਘਟਨਾ ਸੀ 2002 ਵਾਲੀ ਵਾਪਰੀ, ਉਹਦੇ ਤੋਂ ਪਹਿਲਾਂ ਦੇ ਹਾਲਾਤ ਕੀ ਸੀ, ਜੇ ਤੁਸੀਂ ਸਾਡੇ ਨਾਲ ਸਾਂਝੇ ਕਰ ਸਕੋ ਤਾਂ ਜੀ? ਪਹਿਲਾਂ ਦੇ ਹਾਲਾਤ ਇਦਾਂ ਹੈ ਜੀ ਵੀ ਇੱਕ ਨਾ ਸਾਡੇ ਇੱਥੇ ਕਹਾਵਤ ਹੈ ਹਿੰਦੀ ਦੇ ਵਿੱਚ ਵੀ ਦੂਰ ਦੇ ਢੋਲ ਜਿਹੜੇ ਨੇ ਉਹ ਸੁਹਾਵਣੇ ਹੀ ਲੱਗਦੇ ਨੇ। ਤਾਂ ਡੇਰਾ ਹੈਡ ਗੁਰਮੀਤ ਰਾਮ ਰਹੀਮ ਦਾ ਇਹ ਡੇਰਾ ਜਿਹੜਾ ਇਹ ਮਤਲਬ ਚਲੋ ਸਨ 1948 ਦੇ ਵਿੱਚ ਐਸਟੈਬਲਿਸ਼ ਹੋਇਆ। 1948 ਦੇ ਵਿੱਚ ਇੱਕ ਇੱਥੇ ਸੰਤ ਸਨ ਜਿਨ੍ਹਾਂ ਦੇ ਬਾਰੇ ਸੁਣਿਆ ਜਾਂਦਾ ਹੈ ਕਿ ਉਹਨਾਂ ਨੇ ਇੱਕ ਕੁਟੀਆ ਬਣਾਈ ਛੋਟੀ ਜੀ, ਔਰ ਉਸ ਕੁਟੀਆ ਤੋਂ ਇਹ ਡੇਰਾ ਸ਼ੁਰੂ ਹੋਇਆ, ਜਿਨ੍ਹਾਂ ਦਾ ਨਾਮ, ਉਹਨਾਂ ਦਾ ਨਾਮ ਮਸਤਾਨਾ ਜੀ ਸੀ। ਮਸਤਾਨਾ ਜੀ ਨੇ ਕੁਟੀਆ ਸ਼ੁਰੂ ਕੀਤੀ, ਉਸ ਤੋਂ ਬਾਅਦ ਉਹ ਕੁਟੀਆ ਹੌਲੀ ਹੌਲੀ ਇੱਕ ਵੱਡਾ ਡੇਰਾ ਬਣਦੀ ਗਈ। ਉਸ ਤੋਂ ਬਾਅਦ ਸਤਨਾਮ ਸਿੰਘ ਜੀ ਆਏ, ਉਹਨਾਂ ਨੇ ਇਸ ਡੇਰੇ ਨੂੰ ਸੰਭਾਲਿਆ। ਸਤਨਾਮ ਸਿੰਘ ਜੀ ਤੋਂ ਬਾਅਦ 1990 ਦੇ ਵਿੱਚ ਗੁਰਮੀਤ ਰਾਮ ਰਹੀਮ ਇਸ ਗੱਦੀ ਤੇ ਬੈਠਿਆ, ਜਿਹਦੇ ਪਿੱਛੇ ਜਿਹੜੀ ਹੈ ਸਾਡੇ ਸਰਸੇ ਵਾਲਿਆਂ ਨੂੰ ਮਤਲਬ ਸੁਣੀਆਂ ਸੁਣਾਈਆਂ ਗੱਲਾਂ ਮੈਂ ਤੁਹਾਨੂੰ ਦੱਸ ਰਿਹਾ, ਕਿਉਂਕਿ ਇਹਦੇ ਪਿੱਛੇ ਕੋਈ ਵੀ ਕੰਕਰੀਟ ਜਿਹੜੀ ਉਹ ਸਾਡੇ ਕੋਲ ਸਬੂਤ ਦੇ ਤੌਰ ਤੇ ਕੁਝ ਵੀ ਨਹੀਂ ਹੈ। ਲੇਕਿਨ ਦੱਸਿਆ ਇਹ ਜਾਂਦਾ ਹੈ ਕਿ ਜਦੋਂ ਪੰਜਾਬ ਦੇ ਵਿੱਚ ਉਗਰਵਾਦ ਦਾ ਦੌਰ ਸੀ ਤਾਂ ਉਸ ਦੌਰ ਦੇ ਵਿੱਚ ਇਹ ਡੇਰਾ ਜਿਹੜਾ ਹੈ ਹੌਲੀ ਹੌਲੀ ਗਰੋ ਕਰਦਾ ਗਿਆ। ਜਿਵੇਂ ਜਿਵੇਂ ਉਧਰ ਢਹਿੰਦੀ ਕਲਾਂ ਹੋਈ, ਇੱਧਰੋਂ ਡੇਰਾ ਜਿਹੜਾ ਹੈ ਉਹ ਉਹਨਾਂ ਉੱਭਰਦਾ ਗਿਆ। ਔਰ ਉਹਦੇ ਪਿੱਛੇ ਕਿਤੇ ਨਾ ਕਿਤੇ ਇਹ ਕਿਹਾ ਜਾਂਦਾ ਹੈ ਕਿ ਡੇਰਾ ਹੈਡ ਗੁਰਮੀਤ ਰਾਮ ਰਹੀਮ ਜਿਹੜਾ ਹੈ, ਇਹਦੇ ਪੰਜਾਬ ਦੇ ਕਈ ਜਿਹੜੇ ਖਾੜਕੂ ਸਨ ਉਹਨਾਂ ਦੇ ਨਾਲ ਇਹਦੇ ਰਿਲੇਸ਼ਨ ਸੀ, ਔਰ ਉਹਨਾਂ ਨੇ ਨਹੀਂ ਬਿਲਕੁਲ ਬੰਦੂਕ ਦੀ ਨੋਕ ਤੇ ਜਿਹੜੇ ਪਹਿਲਾਂ ਵਾਲਾ ਬਾਬਾ ਸੀ ਸਤਨਾਮ ਸਿੰਘ, ਉਹਦੇ ਤੋਂ ਗੁਰਮੀਤ ਰਾਮ ਰਹੀਮ ਨੂੰ ਗੱਦੀ ਦਵਾਈ। ਇਸ ਤਰ੍ਹਾਂ ਦੀ ਹਿਸਟਰੀ ਸੁਣਦੇ ਆ ਰਹੇ ਹਾਂ। ਔਰ ਉਸ ਤੋਂ ਬਾਅਦ
ਜਿਸ ਤਰ੍ਹਾਂ ਦੇ ਹਾਲਾਤ ਪੈਦਾ ਹੋਏ 1990 ਦੇ ਵਿੱਚ, ਗੁਰਮੀਤ ਰਾਮ ਰਹੀਮ ਸਿਰਫ 23 ਕੁ ਵਰ੍ਹਿਆਂ ਦਾ ਸੀ। ਇੰਨੀ ਛੋਟੀ ਉਮਰ ਦੇ ਵਿੱਚ ਗੱਦੀ ਤੇ ਬੈਠਣ ਤੋਂ ਬਾਅਦ ਉਹਨੇ ਇਸ ਡੇਰੇ ਦੇ ਵਿੱਚ ਕੀ ਕੀ ਕੀਤਾ, ਕੀ ਕੀ ਕਾਰਗੁਜ਼ਾਰੀਆਂ ਕੀਤੀਆਂ, ਉਹ ਦਬੀ ਜ਼ਬਾਨ ਦੇ ਵਿੱਚ ਤਾਂ ਲੋਕ ਸਰਸੇ ਦੇ ਵਿੱਚ ਬਹੁਤ ਸਾਰੀਆਂ ਕਹਾਣੀਆਂ ਸੁਣਾਉਂਦੇ ਸਨ ਕਿ ਇੱਥੋਂ ਵੀ ਲਾਸ਼ਾਂ ਮਿਲਦੀਆਂ, ਉੱਥੋਂ ਵੀ ਲਾਸ਼ਾਂ ਮਿਲਦੀਆਂ, ਡੇਰੇ ਦੇ ਆਂਢ ਗੁਆਂਢ ਬਹੁਤ ਵਾਰ ਜਿਹੜੀਆਂ ਲਾਸ਼ਾਂ ਵੇਖਣ ਨੂੰ ਮਿਲਦੀਆਂ ਨੇ, ਲੇਕਿਨ ਉਹ ਲਾਸ਼ਾਂ ਕਿਹਨਾਂ ਲੋਕਾਂ ਦੀਆਂ ਸੀ ਇਹ ਅੱਜ ਤੱਕ ਪਤਾ ਨਹੀਂ ਲੱਗਿਆ। ਹੋਰ ਵੀ ਬਹੁਤ ਸਾਰੀਆਂ ਚਰਚਾਵਾਂ ਹੁੰਦੀਆਂ ਰਹੀਆਂ, ਕਿਵੇਂ ਡੇਰੇ ਦੇ ਆਂਢ ਗੁਆਂਢ ਦੀ ਜ਼ਮੀਨ ਹਥਿਆਈ ਗਈ ਲੋਕਾਂ ਤੋਂ, ਜਿਹੜੇ ਛੋਟੇ ਛੋਟੇ ਕਿਸਾਨ ਜੱਟ ਜ਼ਮੀਂਦਾਰ ਸਨ ਉਹਨਾਂ ਨੂੰ ਕਿਵੇਂ ਪ੍ਰਤਾੜਿਤ ਕਰਕੇ ਭਜਾਇਆ ਗਿਆ ਇੱਥੋਂ, ਤੇ ਬਿਲਕੁਲ ਔਣੇ ਪੌਣੇ ਭਾਵਾਂ ਤੇ ਜ਼ਮੀਨਾਂ ਜਿਹੜੀਆਂ ਨੇ ਉਹ ਹਥਿਆ ਲਈਆਂ ਗਈਆਂ। ਤਾਂ ਇਹ ਸਾਰੀ ਹਿਸਟਰੀ ਹੈ। ਜਿਹੜਾ ਡੇਰਾ ਮੈਂ ਤੁਹਾਨੂੰ ਦੱਸਿਆ ਕਿ 1948 ਚ ਕੁਟੀਆ ਤੋਂ ਸ਼ੁਰੂ ਹੋਇਆ ਜੀ, ਸ਼ਾਹ ਸਤਨਾਮ ਵੇਲੇ ਉਹਦੇ ਕੋਲ 70 ਕੁ ਕਿੱਲੇ ਜ਼ਮੀਨ ਸੀ, ਤੇ ਅੱਜ ਦੇ ਟਾਈਮ ਜੇ ਉਹਦੀ ਪ੍ਰਾਪਰਟੀ ਦੀ ਆਪਾਂ ਹਿਸਾਬ ਕਿਤਾਬ ਲਾਈਏ ਤਾਂ ਮੈਨੂੰ ਲੱਗਦਾ ਹੈ ਕਿ ਬੇਅਥਾਹ ਪ੍ਰਾਪਰਟੀ ਜਿਹੜੀ ਹੈ ਪੂਰੇ ਦੇਸ਼ ਦੇ ਵਿੱਚ ਹੋਣੀ ਹੈ। ਤੇ ਸਿਰਫ ਸਰਸੇ ਦੇ ਵਿੱਚ 1000 ਕੁ ਕਿੱਲੇ ਤੋਂ ਉੱਪਰ ਜ਼ਮੀਨ ਜਿਹੜੀ ਹੈ ਉਹ ਡੇਰਾ ਸਰਸਾ ਦੇ ਕੋਲੇ ਹੈਗੀ ਹੈ। ਤਾਂ ਇਹ 70 ਕਿੱਲਿਆਂ ਤੋਂ ਪਿਛਲੇ ਕੁਝ ਵਰ੍ਹਿਆਂ ਦੇ ਵਿੱਚ ਜਿਹੜਾ 1000 ਕਿੱਲੇ ਤੱਕ ਪਹੁੰਚਣ ਦੀ ਜਿਹੜੀ ਕਹਾਣੀ ਹੈ ਉਹ ਬੜੀ ਮਾਰਮਿਕ ਕਹਾਣੀ ਹੈ। ਆਂਢ ਗੁਆਂਢ ਦੇ ਲੋਕ ਜਿਹੜੇ ਡਰ ਦੇ ਮਾਹੌਲ ਦੇ ਕਾਰਨ ਬੋਲਦੇ ਨਹੀਂ ਸੀ, ਲੇਕਿਨ ਉਹਨਾਂ ਦੇ ਅੰਦਰ ਪੀੜ ਜ਼ਰੂਰ ਸੀ ਕਿ ਸਾਡੇ ਕੋਲੋਂ ਇਹ ਜ਼ਮੀਨਾਂ ਇਸ ਤਰ੍ਹਾਂ ਖੋਹ ਲਈਆਂ ਗਈਆਂ। ਡੇਰੇ ਦੀ ਸੰਗਤ ਨੇ ਆਉਣਾ, ਉਹਨਾਂ ਨੂੰ ਕਿਹਾ ਜਾਣਾ ਕਿ ਟੱਟੀ ਪਿਸ਼ਾਬ ਦੇ ਲਈ ਤੁਸੀਂ ਆਂਢ ਗੁਆਂਢ ਦੇ ਖੇਤਾਂ ਦੇ ਵਿੱਚ ਜਾਣਾ ਹੈ, ਤਾਂ ਜੋ ਜਿਹੜੇ ਕਿਸਾਨ ਨੇ ਆਂਢ ਗੁਆਂਢ ਵਾਲੇ ਉਹ ਕਿਤੇ ਨਾ ਕਿਤੇ ਉਹਨਾਂ ਦੀਆਂ ਫਸਲਾਂ ਦਾ ਨੁਕਸਾਨ ਹੋਵੇ, ਉਹਨਾਂ ਦੀਆਂ ਜ਼ਮੀਨਾਂ ਦਾ ਨੁਕਸਾਨ ਹੋਵੇ, ਔਰ ਅਲਟੀਮੇਟਲੀ ਅੱਕ ਪੱਕ ਕੇ ਉਹ ਲੋਕ ਡੇਰੇ ਨੂੰ ਆਪਦੀ ਜ਼ਮੀਨ ਦੇ ਕੇ ਇੱਥੋਂ ਨੱਸ ਜਾਣ। ਇਸ ਤਰ੍ਹਾਂ ਦੇ ਹਾਲਾਤ ਪੈਦਾ ਕੀਤੇ ਗਏ ਉਹਨਾਂ ਲੋਕਾਂ ਦੇ ਲਈ। ਸਭ ਤੋਂ ਪਹਿਲਾਂ ਤਾਂ ਮਤਲਬ ਇਸ ਤਰ੍ਹਾਂ ਦੀਆਂ ਕਾਰਗੁਜ਼ਾਰੀਆਂ ਸਨ, ਜ਼ਮੀਨਾਂ ਹਥਿਆਈਆਂ ਗਈਆਂ ਇੱਕ ਵੱਡਾ ਐਮਪਾਇਰ ਖੜਾ ਕਰਨ ਦੇ ਲਈ। ਉਦੋਂ ਬਾਅਦ ਲੋਕਾਂ ਦੇ ਵਿੱਚ ਟੈਰਰ ਪੈਦਾ ਕੀਤਾ ਗਿਆ ਵੀ ਆਂਢ ਗੁਆਂਢ ਦਾ ਕੋਈ ਵੀ ਬੰਦਾ ਸਾਡੇ ਖਿਲਾਫ ਮੂੰਹ ਖੋਲਣ ਦੀ ਹਿੰਮਤ ਨਾ ਕਰੇ। ਉਹ ਟੈਰਰ ਵੀ ਇਸ ਤਰ੍ਹਾਂ ਹੀ ਪੈਦਾ ਕੀਤਾ ਗਿਆ। ਇੱਕ ਮਾਮਲਾ ਹੋਰ ਆਇਆ ਸੀ, ਡੇਰਾ ਸੱਚਾ ਸੌਦਾ ਦਾ ਮੈਨੇਜਰ ਸੀ ਫਕੀਰ ਚੰਦ, ਜਿਹੜਾ ਪਹਿਲਾਂ ਵਾਲਾ ਬਾਬਾ ਸੀ ਸਤਨਾਮ ਸਿੰਘ, ਉਹਦੇ ਦੌਰ ਵੇਲੇ ਦਾ ਮੈਨੇਜਰ ਫਕੀਰ ਚੰਦ, ਉਹਦੇ ਹੀ ਇੱਕ ਸਾਥੀ ਰਾਮ ਕੁਮਾਰ ਬਿਸ਼ਨੋਈ ਨੇ ਸਾਡੇ ਕੋਲ ਦਰਖਾਸਤ ਕੀਤੀ ਸੀ ਜਦੋਂ ਅਸੀਂ ਅਖਬਾਰ ਚਲਾਉਂਦੇ ਸੀ ਕਿ ਸਾਡਾ ਇਹ ਇੱਕ ਮਿੱਤਰ ਜਿਹੜਾ ਉਹ 1991-92 ਤੋਂ ਲਾਪਤਾ, ਉਹਦਾ ਕੁਝ ਪਤਾ ਨਹੀਂ। ਤੇ ਅਸੀਂ ਉਦੋਂ ਪਹਿਲਾਂ ਵੀ ਸਨ 94 ਚ 95 ਚ ਸਰਸੇ ਦੇ ਐਸਪੀ ਨੂੰ ਇੱਕ ਦਰਖਾਸਤ ਦਿੱਤੀ ਸੀ ਕਿ ਉਹਦੀ ਗੁੰਮਸ਼ੁਦਗੀ ਹੋਈ ਹੈ, ਉਹਦਾ ਪਤਾ ਲਵਾਇਆ ਜਾਵੇ। ਤੇ ਲੇਕਿਨ ਪੁਲਿਸ ਦੇ ਸਾਹਮਣੇ ਇਸ ਤਰ੍ਹਾਂ ਦੇ ਹਾਲਾਤ ਪੈਦਾ ਕੀਤੇ ਡੇਰੇ ਵਾਲਿਆਂ ਨੇ ਆਪਣੀ ਸੰਗਤ ਨੂੰ ਸਰਸੇ ਦੇ ਬਾਹਰਲੇ ਸੜਕਾਂ ਦੇ ਉੱਪਰ ਬਿਠਾ ਕੇ ਮੁਜ਼ਾਹਰੇ ਕਰਵਾਏ, ਔਰ ਅਲਟੀਮੇਟਲੀ ਉਸ ਭੀੜ ਨੂੰ ਥਾਣੇ ਦੇ ਵਿੱਚ ਵਾੜਿਆ ਗਿਆ। ਰਾਮ ਕੁਮਾਰ ਬਿਸ਼ਨੋਈ ਦੀਆਂ ਜਿਹੜੀਆਂ ਦਰਖਾਸਤਾਂ ਸੀ ਉਹਨਾਂ ਨੂੰ ਪਾੜ ਪੂੜ ਕੇ ਥਾਣੇ ਦਾ ਸਾਰਾ ਰਿਕਾਰਡ ਸਵਾਹ ਕਰ ਦਿੱਤਾ ਗਿਆ, ਔਰ ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰ ਦਿੱਤੇ ਗਏ ਕਿ ਹਰਿਆਣਾ ਪੁਲਿਸ ਜਿਹੜੀ ਹੈ ਉਹ ਬੈਕਫੁੱਟ ਤੇ ਆ ਗਈ, ਔਰ ਉਸ ਦਰਖਾਸਤ ਨੂੰ ਉਹਨਾਂ ਨੇ ਉੱਥੇ ਹੀ ਡਿਸਪੋਜ਼ ਆਫ ਕਰ ਦਿੱਤਾ। ਉਸ ਤੋਂ ਬਾਅਦ ਜਦੋਂ ਸਾਡੇ ਫਾਦਰ ਦਾ ਮਾਮਲਾ ਆਉਂਦਾ ਹੈ, ਇਹ ਸਾਰੀਆਂ ਕਾਰਗੁਜ਼ਾਰੀਆਂ ਬਿਲਕੁਲ ਚੱਲ ਰਹੀਆਂ ਸਨ ਡੇਰੇ ਦੇ ਅੰਦਰ। ਹੌਲੀ ਹੌਲੀ ਜ਼ਮੀਨਾਂ ਹਥਿਆਈਆਂ ਗਈਆਂ, ਲੋਕਾਂ ਨੂੰ ਮਾਰਿਆ ਗਿਆ, ਜਿਨ੍ਹਾਂ ਨੇ ਥੋੜੀ ਬਹੁਤ ਆਵਾਜ਼ ਬੁਲੰਦ ਕੀਤੀ ਉਹਨਾਂ ਦੇ ਸਿਰ ਕਲਮ ਕਰ ਦਿੱਤੇ ਗਏ। ਤਾਂ ਇਹਨਾਂ ਕਾਰਗੁਜ਼ਾਰੀਆਂ ਤੋਂ ਬਾਅਦ ਸਾਡੇ ਫਾਦਰ ਨੇ ਅਖਬਾਰ ਸ਼ੁਰੂ ਕੀਤਾ ਸਨ 2000 ਦੇ ਵਿੱਚ ਸਰਸੇ ਦੇ ਵਿੱਚ। ਸਨ 2002 ਦੇ ਮਈ ਮਹੀਨੇ ਦੇ ਵਿੱਚ ਇੱਕ ਲੈਟਰ ਆਇਆ, ਅਨੋਨੀਮਸ ਲੈਟਰ, ਗੁੰਮਨਾਮ ਪੱਤਰ ਸੀ ਉਹ, ਜਿਹਦੇ ਵਿੱਚ ਡੇਰਾ ਸਰਸਾ ਸਾਧ ਦੇ ਖਿਲਾਫ ਬੜੇ ਹੀ ਸੰਗੀਨ ਆਰੋਪ ਲਾਏ ਹੋਏ ਸਨ। ਉਹ ਲੈਟਰ ਡੇਰੇ ਦੀ ਇੱਕ ਸਾਧਵੀ ਵੱਲੋਂ ਲਿਖਿਆ ਗਿਆ, ਜਿਨੇ ਆਪਣੇ ਆਰੋਪਾਂ ਦੇ ਵਿੱਚ ਕਿਹਾ ਕਿ ਡੇਰੇ ਦੇ ਅੰਦਰ ਰਹਿ ਰਹੀਆਂ ਸਾਧਵੀਆਂ ਜਿਹੜੀਆਂ ਨੇ ਉਹਨਾਂ ਦੀ ਹਾਲਾਤ ਇਹ ਹੈ ਕਿ ਉਹ ਨਾ ਉਹ ਵਿਧਵਾ ਨੇ, ਨਾ ਉਹ ਵਿਆਹੀਆਂ ਨੇ, ਨਾ ਉਹ ਕੁਵਾਰੀਆਂ ਨੇ। ਉਹਨਾਂ ਦੀ ਹਾਲਾਤ ਇਸ ਤਰ੍ਹਾਂ ਦੀ ਕਰ ਦਿੱਤੀ ਗਈ ਹੈ ਕਿ ਡੇਰਾ ਸੱਚਾ ਸੌਦਾ ਮੁਖੀ ਜਿਹੜਾ ਹੈ ਉਹ ਉਹਨਾਂ ਦੇ ਨਾਲ ਜਬਰ ਜਨਾਹ ਕਰਦਾ ਹੈ ਰੋਜ਼ਾਨਾ, ਔਰ ਉਹਨਾਂ ਦੀ ਮੂੰਹ ਖੋਲਣ ਤੇ ਉਹਨਾਂ ਦੀ ਮਾਰ ਕੁਟਾਈ ਕੀਤੀ ਜਾਂਦੀ ਹੈ, ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ। ਤੇ ਘਰ ਵਾਲੇ ਵੀ, ਕਿਉਂਕਿ ਧਰਮ ਦੇ ਨਾਂ ਤੇ ਉਹਨਾਂ ਨੂੰ ਅਜਿਹਾ ਅੰਨ੍ਹਿਆ ਕਰ ਦਿੱਤਾ ਗਿਆ ਹੈ ਕਿ ਉਹ ਸਾਡੀ ਗੱਲ ਮੰਨਣ ਦੀ ਬਜਾਏ ਉਹ ਸਾਡੇ ਜਿਹੜੇ ਡੇਰਾ ਹੈਡ ਹੈ ਉਹਨੂੰ ਸਹੀ ਠਹਿਰਾਉਂਦੇ ਨੇ। ਉਹ ਕਹਿੰਦੇ ਨੇ ਕਿ ਤੁਸੀਂ ਇੱਥੇ
ਡੇਰੇ ਦੇ ਅੰਦਰ ਰਹਿਣਾ ਨਹੀਂ ਚਾਹੁੰਦੀਆਂ, ਤੁਸੀਂ ਇੱਥੇ ਸੇਵਾ ਨਹੀਂ ਕਰਨਾ ਚਾਹੁੰਦੀਆਂ, ਤੁਸੀਂ ਇਸ ਕਰਕੇ ਇਸ ਤਰ੍ਹਾਂ ਦੇ ਝੂਠੇ ਆਰੋਪ ਮਨ ਘੜੰਤ ਕਹਾਣੀਆਂ ਬਣਾ ਕੇ ਸੁਣਾਉਂਦੀਆਂ ਜੇ। ਇਸ ਕਰਕੇ ਸਾਡੇ ਘਰਾਂ ਵਾਲੇ ਜਿਹੜੇ ਸਾਡੇ ਪਰਿਵਾਰਾਂ ਵਾਲੇ ਨੇ ਉਹ ਵੀ ਸਾਡੇ ਤੇ ਯਕੀਨ ਕਰਨਾ ਛੱਡ ਚੁੱਕੇ ਨੇ। ਇਹ ਜਿਹੜੀ ਇਸ ਤਰ੍ਹਾਂ ਦੀ ਇੱਕ ਮਾਰਮਿਕ ਕਹਾਣੀ ਸੀ ਉਸ ਚਿੱਠੀ ਦੇ ਵਿੱਚ ਉਹ ਬਿਆਨ ਕੀਤੀ ਗਈ, ਔਰ ਬਿਲਕੁਲ ਲੂੰ ਕੰਡੇ ਖੜੇ ਕਰ ਦੇਣ ਵਾਲੀ ਉਸ ਕਹਾਣੀ ਨੇ ਸਾਡੇ ਫਾਦਰ ਨੂੰ ਵੀ ਵਲੂਣਿਆ, ਔਰ ਉਹਨਾਂ ਨੇ ਉਸ ਚਿੱਠੀ ਦੇ ਮਾਰਫਤ ਇੱਕ ਨਿਊਜ਼ ਜਿਹੜੀ ਸੀ, ਇੱਕ ਸਟੋਰੀ ਆਪਣੇ ਅਖਬਾਰ ਦੇ ਵਿੱਚ 30 ਮਈ 2002 ਨੂੰ ਉਹਨਾਂ ਨੇ ਪਬਲਿਸ਼ ਕੀਤੀ। ਉਸ ਤੋਂ ਬਾਅਦ ਸਾਡੇ ਫਾਦਰ ਨਾਲ ਇਹ ਘਟਨਾਕ੍ਰਮ ਸ਼ੁਰੂ ਹੋਇਆ। ਸਾਡੇ ਫਾਦਰ ਨੂੰ ਥ੍ਰੈਟਨਿੰਗ ਕਾਲ ਆਣੇ ਸ਼ੁਰੂ ਹੋਏ। ਹੌਲੀ ਹੌਲੀ ਸਾਡੇ ਫਾਦਰ ਨੂੰ ਜਿਸ ਤਰ੍ਹਾਂ ਕਿ ਡੇਰੇ ਦਾ ਇੱਕੋ ਰਿਹਾ ਸ਼ੁਰੂ ਤੋਂ ਕਿ ਕੋਈ ਬੰਦਾ ਅਗਰ ਬੋਲਦਾ ਉਹਨੂੰ ਡਰਾਓ, ਧਮਕਾਓ, ਪੈਸੇ ਨਾਲ ਖਰੀਦੋ, ਜੇ ਫਿਰ ਵੀ ਨਹੀਂ ਹਟਦਾ ਤੇ ਜਾਨੋਂ ਮਾਰ। ਸਾਡੇ ਫਾਦਰ ਤੇ ਵੀ ਇਹੀ ਸਭ ਅਪਣਾਇਆ ਗਿਆ। ਉਹਨਾਂ ਨੂੰ ਹੌਲੀ ਹੌਲੀ ਪਹਿਲਾਂ ਡਰਾਇਆ ਧਮਕਾਇਆ ਗਿਆ। ਜਦੋਂ ਉਹਨਾਂ ਨੇ ਵੇਖਿਆ ਕਿ ਛਤਰਪਤੀ ਹਾਲੇ ਪਿੱਛੇ ਹਟਣ ਵਾਲਾ ਨਹੀਂ ਹੈ ਤਾਂ ਫਿਰ ਉਹਨਾਂ ਨੂੰ ਲਾਲਚ ਦੇ ਰਾਹੀਂ ਫਿਰ ਉਹਨਾਂ ਦੇ ਉੱਪਰ ਝੂਠੇ SC ST ਦੇ ਇਸਤਗਾਸੇ ਪਾਏ ਗਏ। ਅਲਟੀਮੇਟਲੀ 24 ਅਕਤੂਬਰ 2002 ਨੂੰ ਜਦੋਂ ਸਾਡੇ ਫਾਦਰ ਨੇ ਲਗਾਤਾਰ ਮਈ 2002 ਦੇ ਵਿੱਚ ਜਦੋਂ ਇਹ ਸ਼ੁਰੂ ਕੀਤਾ, ਔਰ 24 ਅਕਤੂਬਰ 2002 ਨੂੰ ਉਹਨਾਂ ਦੇ ਉੱਪਰ ਜਿੱਦਣ ਗੋਲੀ ਚੱਲਦੀ ਹੈ ਉਸ ਦਿਨ ਤੱਕਣ ਲਗਾਤਾਰ ਉਹ ਡੇਰਾ ਸੱਚਾ ਸੌਦਾ ਨੂੰ ਐਕਸਪੋਜ਼ ਕਰਨ ਦੀ ਇਸ ਮੁਹਿੰਮ ਦੇ ਵਿੱਚ ਲੱਗੇ ਹੋਏ ਸਨ। ਜਿੱਦਣ ਉਹਨਾਂ ਦੇ ਉੱਪਰ ਫਾਇਰ ਕੀਤਾ ਗਿਆ ਉਸ ਦਿਨ ਦੇ ਅਖਬਾਰ ਦੇ ਵਿੱਚ ਵੀ ਸਾਡੇ ਫਾਦਰ ਨੇ ਡੇਰਾ ਸਰਸੇ ਦੀ ਇੱਕ ਖਬਰ ਜਿਹੜੀ ਹੈ ਉਹ ਲਾਈ ਹੋਈ ਸੀ, ਕਿਉਂਕਿ ਇਵਨਿੰਗ 'ਚ ਅਖਬਾਰ ਨਿਕਲਦਾ ਸੀ। ਅਖਬਾਰ ਕੱਢਣ ਤੋਂ ਬਾਅਦ ਜਦੋਂ ਉਹ ਘਰ ਆਏ ਤੇ ਸ਼ਾਮ ਨੂੰ ਉਹਨਾਂ ਨੂੰ ਘਰ ਦੇ ਬਾਹਰ ਬੁਲਾ ਕੇ 5 ਗੋਲੀਆਂ ਮਾਰੀਆਂ ਗਈਆਂ। ਤਾਂ ਇਹ ਸਾਰਾ ਘਟਨਾਕ੍ਰਮ ਜਿਹੜਾ ਸੀ ਇਹ ਪੈਰਲਲ ਚੱਲਦਾ ਰਿਹਾ। ਸਾਡੇ ਫਾਦਰ ਲਿਖਦੇ ਰਹੇ, ਉਹਨਾਂ ਨੂੰ ਧਮਕੀਆਂ ਆਉਂਦੀਆਂ ਰਹੀਆਂ, ਔਰ ਅਲਟੀਮੇਟਲੀ 24 ਅਕਤੂਬਰ 2002 ਨੂੰ 5 ਗੋਲੀਆਂ ਮਾਰੀਆਂ ਗਈਆਂ। 21 ਦਿਨਾਂ ਤੱਕ ਹਸਪੀਟਲਾਈਜ਼ਡ ਰਹੇ, ਪਹਿਲਾਂ PGI ਰੋਹਤਕ ਤੇ ਫਿਰ ਦਿੱਲੀ ਦੇ ਅਪੋਲੋ ਵਿੱਚ। 21 ਦਿਨਾਂ ਬਾਅਦ ਚਲੋ ਉਹ ਸਾਨੂੰ ਵਿਛੋੜਾ ਦੇ ਗਏ, ਅਸੀਂ ਉਹਨਾਂ ਨੂੰ ਬਚਾ ਤੇ ਨਹੀਂ ਸਕੇ, ਲੇਕਿਨ ਦਿਲ ਦੇ ਵਿੱਚ ਇੱਕ ਪਰਨ ਕੀਤਾ ਕਿ ਸਾਡੇ ਫਾਦਰ ਨੇ ਜਿਹੜਾ ਬੀੜਾ ਚੱਕਿਆ ਸੀ ਇਸ ਖੁੰਖਾਰ ਤੇ ਅਪਰਾਧ ਦੇ ਅੱਡੇ ਨੂੰ ਬੇਨਕਾਬ ਕਰਨ ਦਾ ਜਿਹੜਾ ਬੀੜਾ ਚੱਕਿਆ ਸੀ, ਔਰ ਸਾਡੇ ਫਾਦਰ ਦੀ ਜਿਹੜੀ ਕੁਰਬਾਨੀ ਹੈ ਅਸੀਂ ਉਹਨੂੰ ਅਜਾਈ ਨਹੀਂ ਜਾਣ ਦੇਣਾ। ਇਸ ਕਰਕੇ ਅਸੀਂ ਉਹਨੂੰ ਇਨਸਾਫ ਜਿਹੜਾ ਦਿਵਾਉਣਾ ਉਹਦਾ ਬੀੜਾ ਚੱਕਿਆ। ਔਰ ਦੂਸਰਾ ਇਹ ਪਰਨ ਕੀਤਾ ਕਿ ਗੁਰਮੀਤ ਰਾਮ ਰਹੀਮ ਨੂੰ ਅਸੀਂ ਉਤਰਾ ਹੀ ਬੇਨਕਾਬ ਕਰਦੇ ਰਵਾਂਗੇ ਜਿੱਦਾਂ ਸਾਡੇ ਫਾਦਰ ਨੇ ਇੱਕ ਮੁਹਿੰਮ ਸ਼ੁਰੂ ਕੀਤੀ ਸੀ, ਔਰ ਲਗਾਤਾਰ ਅਸੀਂ ਉਹਦੇ ਤੇ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਣ ਦੀ ਕੋਸ਼ਿਸ਼ ਕੀਤੀ ਅਸੀਂ। ਕਿਉਂਕਿ ਅੰਸ਼ੁਲ ਜੀ ਇੱਕ ਚੀਜ਼ ਮੈਨੂੰ ਦੱਸਿਓ ਕਿ ਉਹ ਜਿਹੜੀ ਚਿੱਠੀ ਸਭ ਤੋਂ ਪਹਿਲਾਂ ਤੁਹਾਡੇ ਫਾਦਰ ਸਾਹਿਬ ਨੇ ਅਖਬਾਰ 'ਚ ਛਾਪੀ ਸੀ ਜੀ, ਉਸ ਚਿੱਠੀ ਦੇ ਵਿੱਚ ਜੋ ਕੁਝ ਲਿਖਿਆ ਗਿਆ ਸੀ ਉਸੇ ਕੇਸ ਦੇ ਵਿੱਚ ਹੀ 17 ਦੇ ਵਿੱਚ ਡੇਰਾ ਮੁਖੀ ਨੂੰ ਸਜ਼ਾ ਹੋਈ ਹੈ? ਜੀ ਬਿਲਕੁਲ ਉਸੇ ਕੇਸ ਦੇ ਵਿੱਚ ਹੋਈ ਹੈ। ਮੈਂ ਉਹਦਾ ਵਿੱਚੋਂ ਤੁਹਾਨੂੰ ਥੋੜਾ ਜਿਹਾ ਲਿੰਕ ਹੋਰ ਕਰ ਦੇਣਾ ਚਾਹੁੰਦਾ। ਜੀ। ਇਹ ਜਿਹੜੀ ਮਈ 2002 ਦੇ ਵਿੱਚ ਗੁੰਮਨਾਮ ਚਿੱਠੀ ਆਈ ਸੀ, ਇਹ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਇਹਦੀ ਕਾਪੀ ਭੇਜੀ ਗਈ ਸੀ, ਜਿਹੜੀ ਕਿ ਐਡਰੈਸਡ ਸੀਗੀ ਉਸ ਟਾਈਮ ਦੇ ਸਾਡੇ ਪ੍ਰਾਈਮ ਮਿਨਿਸਟਰ ਅਟਲ ਬਿਹਾਰੀ ਵਾਜਪੇਈ। ਇਹ ਚਿੱਠੀ ਲਿਖੀ ਗਈ ਸੀ ਸਾਡੇ ਉਸ ਟਾਈਮ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਜੀ ਨੂੰ, ਔਰ ਉਹਦੀ ਕਾਪੀ ਜਿਹੜੀ ਹੈ ਉਹ ਮਾਣਯੋਗ ਹਾਈ ਕੋਰਟ ਨੂੰ ਭੇਜੀ ਗਈ ਸੀ। ਤਾਂ ਮਾਣਯੋਗ ਹਾਈ ਕੋਰਟ ਨੇ ਇਹਦੇ ਤੇ ਸੂ ਮੋਟੋ ਲੈ ਕੇ ਇੱਕ ਜਾਂਚ ਬਿਠਾਈ। ਸਾਡੇ ਇੱਥੇ ਉਸ ਟਾਈਮ ਜਿਹੜੇ ਸੈਸ਼ਨ ਜੱਜ ਸਨ ਸਰਸੇ ਦੇ ਸੁੱਲਰ ਸਾਹਿਬ, MS ਸੁੱਲਰ ਸਾਹਿਬ, ਉਹਨਾਂ ਨੂੰ ਹਾਈ ਕੋਰਟ ਨੇ ਇੱਕ ਲੈਟਰ ਲਿਖਿਆ ਜਿਹਦੇ ਵਿੱਚ ਉਹਨਾਂ ਨੇ ਇਸ ਲੈਟਰ ਦਾ ਹਵਾਲਾ ਦਿੰਦਿਆਂ ਆਇਆ ਕਿ ਸਾਡੇ ਕੋਲ ਇਸ ਤਰ੍ਹਾਂ ਦੀ ਇੱਕ ਗੁੰਮਨਾਮ ਚਿੱਠੀ ਆਈ ਹੈ, ਇਹਦੀ ਸੱਚਾਈ ਕੀ ਹੈ ਜਾਂ ਡੇਰੇ ਦੀ ਸੱਚਾਈ ਕੀ ਹੈ, ਸਾਨੂੰ ਇਹਦੇ ਤੋਂ ਜਾਣੂ ਕਰਵਾਇਆ ਜਾਏ। MS ਸੁੱਲਰ ਸਾਹਿਬ ਨੇ ਉਹਦਾ ਰਿਪਲਾਈ ਕੀਤਾ ਸੀ ਹਾਈ ਕੋਰਟ ਨੂੰ ਕਿ ਇਹ ਇੱਕ ਬਹੁਤ ਵੱਡਾ ਤੰਤਰ ਹੈ, ਇਹਦੀ ਜਾਂਚ ਕਰਨਾ ਮੇਰੇ ਵੱਸ ਦਾ ਨਹੀਂ ਹੈ, ਇਹਦੀ ਜਾਂਚ ਕਿਸੇ ਵੱਡੀ ਸੈਂਟਰਲ ਸੁਤੰਤਰ ਏਜੰਸੀ ਤੋਂ ਕਰਵਾਈ ਜਾਵੇ। ਉਹਨਾਂ MS ਸੁੱਲਰ ਸਾਹਿਬ ਦੇ ਇਸ ਰਿਪਲਾਈ ਤੋਂ ਬਾਅਦ ਮਾਣਯੋਗ ਹਾਈ ਕੋਰਟ ਨੇ ਕਈ ਟਾਈਮ ਦੀ ਸੁਣਵਾਈ ਕਰਕੇ ਔਰ ਅਲਟੀਮੇਟਲੀ 24 ਸਤੰਬਰ 2002 ਨੂੰ ਇਸ ਚਿੱਠੀ ਦੇ ਉੱਪਰ ਸੂਓ ਮੋਟੋ ਲੈ ਕੇ ਇਹਦੇ CBI ਇਨਵੈਸਟੀਗੇਸ਼ਨ ਦੇ ਆਰਡਰ ਕੀਤੇ ਸਨ।
ਤਾਂ ਇਸ ਚਿੱਠੀ ਦੇ ਰਿਗਾਰਡਿੰਗ ਜਿੰਨਾ ਵੀ ਇਹ ਘਟਨਾਕ੍ਰਮ ਚੱਲਿਆ, ਸੁੱਲਰ ਸਾਹਿਬ ਨੇ ਜੋ ਕੀਤਾ ਜਾਂ ਹਾਈ ਕੋਰਟ ਨੇ ਜੋ ਕੀਤਾ ਸੋ ਮੋਟੋ ਲੈ ਕੇ, ਇਹ ਸਾਰਾ ਘਟਨਾਕ੍ਰਮ ਸਾਡੇ ਫਾਦਰ ਸਾਹਿਬ ਆਪਣੀ ਅਖਬਾਰ ਦੇ ਰਾਹੀਂ ਪਬਲਿਸ਼ ਕਰਦੇ ਰਹੇ। ਉਦੋਂ ਬਾਅਦ ਇਸ ਮਾਮਲੇ ਦੇ ਵਿੱਚ ਜਦੋਂ ਇਹ ਚਿੱਠੀ ਆਉਣ ਤੋਂ ਬਾਅਦ ਇਹਦੀ ਸੀਬੀਆਈ ਜਾਂਚ ਦੇ ਆਰਡਰ ਕੀਤੇ ਗਏ। ਸੀਬੀਆਈ ਜਾਂਚ ਨੂੰ ਅਪੋਜ਼ ਕਰਨ ਦੇ ਲਈ ਡੇਰਾ ਵੱਲੋਂ ਇੱਕ ਪੈਟੀਸ਼ਨ ਮੂਵ ਕੀਤੀ ਗਈ ਕਿ ਨਹੀਂ ਇਹਦੀ ਕਿਸੇ ਇਨਵੈਸਟੀਗੇਸ਼ਨ ਦੀ ਲੋੜ ਨਹੀਂ ਹੈ। ਡੇਰੇ ਦੇ ਅੰਦਰ ਬੜੇ ਧਰਮ ਕਰਮ ਦੇ ਕੰਮ ਹੁੰਦੇ ਨੇ, ਡੇਰਾ ਧਾਰਮਿਕ ਡੇਰਾ ਹੈ, ਇੱਥੇ ਇਸ ਤਰ੍ਹਾਂ ਦਾ ਕੋਈ ਘਟਨਾਕ੍ਰਮ ਨਹੀਂ ਵਾਪਰਿਆ ਔਰ ਨਾ ਹੀ ਇਸ ਤਰ੍ਹਾਂ ਦੀਆਂ ਕੁਝ ਘਟਨਾਵਾਂ ਹੁੰਦੀਆਂ ਨੇ। ਇਹ ਸਭ ਝੂਠੀ ਚਿੱਠੀ ਹੈ ਔਰ ਇਹਦੀ ਜਾਂਚ ਦੀ ਕੋਈ ਲੋੜ ਨਹੀਂ। ਇਹਨੂੰ ਪੂਰਾ ਅਪੋਜ਼ ਕੀਤਾ ਗਿਆ, ਲੇਕਿਨ ਮਾਨਯੋਗ ਹਾਈ ਕੋਰਟ ਨੇ ਇਹਨਾਂ ਦੀਆਂ ਦਲੀਲਾਂ ਨੂੰ ਨਹੀਂ ਮੰਨਿਆ ਔਰ ਸੀਬੀਆਈ ਜਾਂਚ ਦੇ ਆਰਡਰ ਕਰ ਦਿੱਤੇ ਸਤੰਬਰ 2002 ਦੇ ਵਿੱਚ। ਅਲਟੀਮੇਟਲੀ ਸਾਡੇ ਫਾਦਰ ਦਾ ਮਰਡਰ ਹੋਇਆ। ਉਦੋਂ ਬਾਅਦ 24 ਅਕਤੂਬਰ 2002 ਨੂੰ 21 ਨਵੰਬਰ ਨੂੰ ਉਹਨਾਂ ਦੀ ਡੈਥ ਹੋਈ ਔਰ ਇਸ ਸਾਰੇ ਮਾਮਲੇ ਦੇ ਵਿੱਚ ਜਿਹੜੇ ਸ਼ੂਟਰ ਆਏ ਦੋ ਜੀ, ਉਹਨਾਂ ਦੇ ਵਿੱਚੋਂ ਇੱਕ ਜਿਹੜਾ ਉਹ ਮੌਕੇ ਤੇ ਫੜ ਲਿਆ ਗਿਆ, ਕੁਲਦੀਪ ਸਿੰਘ ਮੌਕੇ ਤੇ ਫੜਿਆ ਗਿਆ ਸ਼ੂਟਰ। ਉਹਦੇ ਕੋਲੋਂ ਜਿਹੜਾ ਪਿਸਤੌਲ ਬਰਾਮਦ ਹੋਇਆ ਉਹ ਡੇਰੇ ਦੇ ਮੈਨੇਜਰ ਕਿਸ਼ਨ ਲਾਲ ਦੇ ਨਾਮ ਲਾਇਸੈਂਸੀ ਰਿਵਾਲਵਰ ਸੀ ਔਰ ਉਹਨਾਂ ਮੁੰਡਿਆਂ ਕੋਲੋਂ ਜਿਹੜਾ ਵਾਕੀ ਟਾਕੀ ਸੈੱਟ ਫੜਿਆ ਗਿਆ ਉਹਦਾ ਲਾਇਸੈਂਸ ਵੀ ਮੈਸਰਸ ਡੇਰਾ ਸੱਚਾ ਸੌਦਾ ਦੇ ਨਾਂ ਸੀ। ਮੈਂ ਇੱਥੇ ਇੱਕ ਗੱਲ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਜੇ ਉਹ ਮੁੰਡਾ ਹਰਿਆਣਾ ਪੁਲਿਸ ਦੇ ਜਵਾਨ ਵੱਲੋਂ ਨਾ ਫੜਿਆ ਜਾਂਦਾ ਤਾਂ ਅਸੀਂ ਜਿੰਨਾ ਮਰਜ਼ੀ ਚੀਕ ਚਹਾੜਾ ਪਾਉਂਦੇ ਰਹਿੰਦੇ ਫੈਮਿਲੀ ਵਾਲੇ ਕਿ ਸਾਡੇ ਫਾਦਰ ਦਾ ਮਰਡਰ ਡੇਰਾ ਸੱਚਾ ਸੌਦਾ ਵਾਲਿਆਂ ਨੇ ਕਰਵਾਇਆ ਜਾਂ ਉਹਦੇ ਮੁਖੀ ਨੇ ਕਰਵਾਇਆ, ਸਾਡੀ ਗੱਲ ਕਿਸੇ ਨੇ ਨਹੀਂ ਸੀ ਮੰਨਣੀ, ਕਿਉਂਕਿ ਰਾਜਨੀਤਿਕ ਜਿਹੜਾ ਦਬਾਅ ਸੀ ਔਰ ਰਾਜਨੀਤਿਕ ਦਖਲ ਅੰਦਾਜ਼ੀ ਸੀ ਉਹ ਡੇਰਾ ਹੈਡ ਦੇ ਨਾਲ ਕਿਸ ਤਰੀਕੇ ਨਾਲ ਹਰਿਆਣਾ ਸਰਕਾਰ ਦਾ ਵੀ ਉਸ ਟਾਈਮ ਗੱਠਜੋੜ ਸੀ ਉਹ ਸਾਰਿਆਂ ਨੂੰ ਪਤਾ ਔਰ ਸਾਡੀ ਗੱਲ ਤੇ ਕਿਸੇ ਨੇ ਵੀ ਨਹੀਂ ਸੀ ਯਕੀਨ ਕਰਨਾ। ਲੇਕਿਨ ਧੰਨਵਾਦ ਕਰਦਾ ਹਰਿਆਣਾ ਪੁਲਿਸ ਦੇ ਉਹਨਾਂ ਜਵਾਨਾਂ ਦਾ ਕਿ ਉਹਨਾਂ ਨੇ ਬੜੀ ਮਸ਼ੱਕਤ ਨਾਲ ਉਸ ਮੁੰਡੇ ਨੂੰ ਫੜ ਲਿਆ, ਸ਼ੂਟਰ ਨੂੰ, ਔਰ ਅਲਟੀਮੇਟਲੀ ਇਸ ਸਾਜ਼ਿਸ਼ ਤੋਂ ਪਰਦਾ ਹਟਿਆ ਕਿ ਰਿਵਾਲਵਰ ਲਾਇਸੈਂਸੀ ਸੀ ਡੇਰੇ ਦੇ ਮੈਨੇਜਰ ਦਾ, ਵਾਕੀ ਟਾਕੀ ਸੀ ਡੇਰੇ ਦੇ ਨਾਮ ਔਰ ਸਾਜ਼ਿਸ਼ ਜਿਹੜੀ ਹੈ ਖੁੱਲ ਕੇ ਸਾਹਮਣੇ ਆ ਗਈ ਕਿ ਡੇਰੇ ਦੇ ਅੰਦਰ ਰਚੀ ਗਈ ਹੈ ਔਰ ਡੇਰੇ ਦੇ ਹੀ ਬੰਦੇ ਨੇ। ਲੇਕਿਨ ਉਹਦੇ ਬਾਵਜੂਦ ਜਿਵੇਂ ਜਿਵੇਂ ਹਰਿਆਣਾ ਸਰਕਾਰ ਦਾ ਪ੍ਰੈਸ਼ਰ ਹਰਿਆਣਾ ਪੁਲਿਸ ਤੇ ਪੈਂਦਾ ਗਿਆ, ਹਰਿਆਣਾ ਪੁਲਿਸ ਹੱਥ ਖੜੇ ਕਰਦੀ ਗਈ ਔਰ 3 ਬੰਦਿਆਂ ਤੋਂ ਇਲਾਵਾ ਚੌਥੇ ਤਿੱਕਣ ਉਹ ਨਹੀਂ ਪਹੁੰਚੇ। 2 ਸ਼ੂਟਰ, ਤੀਜਾ ਡੇਰੇ ਦਾ ਮੈਨੇਜਰ ਕਿਸ਼ਨ ਲਾਲ, ਇੱਥੇ ਤਿੱਕਣ ਇਸ ਕੌਂਸਪੀਰੇਸੀ ਨੂੰ ਬਣਾ ਕੇ ਇਸ ਇਨਵੈਸਟੀਗੇਸ਼ਨ ਨੂੰ ਖਤਮ ਕਰਨ ਦੀ ਸਾਜ਼ਿਸ਼ ਰਚੀ ਗਈ। ਸਾਡਾ ਇਹ ਆਰੋਪ ਸੀ ਕਿ ਡੇਰੇ ਦਾ ਹੈੱਡ ਜਿਹੜਾ ਗੁਰਮੀਤ ਰਾਮ ਰਹੀਮ ਉਹ ਇਸ ਸਾਜ਼ਿਸ਼ ਦੇ ਵਿੱਚ ਸ਼ਾਮਲ ਹੈ, ਸਾਡੇ ਫਾਦਰ ਦਾ ਕਤਲ ਕਰਾਉਣ ਦੇ ਵਿੱਚ ਉਹਦਾ ਹੱਥ ਹੈ। ਲੇਕਿਨ ਪੁਲਿਸ ਨੇ ਉਹਦੇ ਤਿੱਕਣ, ਉਹਦੇ ਕਾਲਰ ਤੱਕਣ ਹੱਥ ਪਾਉਣ ਦੀ ਜ਼ਰੂਰਤ ਨਹੀਂ ਕੀਤੀ, ਨਾ ਹੀ ਉਹਦੇ ਇਸ ਇਨਵੈਸਟੀਗੇਸ਼ਨ ਦੇ ਦੌਰਾਨ ਇੱਕ ਵਾਰ ਵੀ ਹਰਿਆਣਾ ਪੁਲਿਸ ਉਹਦੇ ਤੋਂ ਪੁੱਛਗਿੱਛ ਕਰਨ ਲਈ ਗਈ। ਉਦੋਂ ਬਾਅਦ ਸਾਨੂੰ ਥੋੜਾ ਜਿਹਾ ਇਹ ਸ਼ੱਕ ਸੀ ਸਾਡੇ ਮਨ ਦੇ ਵਿੱਚ ਕਿ ਕਿਤੇ ਨਾ ਕਿਤੇ ਕੋਈ ਨਾ ਕੋਈ ਗੜਬੜ ਜ਼ਰੂਰ ਹੋ ਰਹੀ ਹੈ। ਹਰਿਆਣੇ ਦੇ ਸੀਐਮ ਚੌਧਰੀ ਓਮ ਪ੍ਰਕਾਸ਼ ਚੌਟਾਲਾ ਜੀ ਉਸ ਟਾਈਮ ਸਾਡੇ ਘਰੇ ਅਫਸੋਸ ਪ੍ਰਗਟ ਕਰਨ ਆਏ ਔਰ ਉਹਨਾਂ ਕਿਹਾ ਕਿ ਅਪਰਾਧੀ ਜਿੰਨਾ ਮਰਜ਼ੀ ਵੱਡਾ ਕਿਉਂ ਨਾ ਹੋਵੇ ਉਸ ਲੱਖਾਂ ਦੇ ਪਿੱਛੇ ਹੋਵੇਗਾ, ਤੁਹਾਨੂੰ ਇਨਸਾਫ ਮਿਲੇਗਾ। ਸਾਨੂੰ ਥੋੜਾ ਜਿਹਾ ਹੌਸਲਾ ਹੋਇਆ ਕਿ ਹਰਿਆਣੇ ਦੇ ਸੀਐਮ ਨੇ ਸਾਨੂੰ ਇਹ ਗੱਲ ਕਹੀ ਹੈ। ਲੇਕਿਨ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਕੋਈ ਕਾਰਵਾਈ ਨਾ ਹੋਈ। ਇੱਥੇ ਬਹੁਤ ਸਾਰੀਆਂ ਹਿਊਮਨ ਰਾਈਟਸ ਵਾਲੇ ਜਿਹੜੀਆਂ ਜਥੇਬੰਦੀਆਂ ਸਨ ਜਾਂ ਜਿਹੜੇ ਜਰਨਲਿਸਟ ਕੁਛ ਅਜਿਹੇ ਸਨ ਜਿਨ੍ਹਾਂ ਨੇ ਸਾਡੇ ਫਾਦਰ ਦੇ ਇਸ ਮਾਮਲੇ ਨੂੰ ਲੈ ਕੇ ਬੜੇ ਟਾਈਮ ਤੱਕ ਮੁਜ਼ਾਹਰੇ ਕਰਦੇ ਰਹੇ ਔਰ ਸੀਬੀਆਈ ਜਾਂਚ ਦੀ ਮੰਗ ਵੀ ਕੀਤੀ ਗਈ ਤੇ ਲਗਾਤਾਰ ਪ੍ਰੋਟੈਸਟ ਚੱਲਦੇ ਰਹੇ। ਲੇਕਿਨ ਹਰਿਆਣਾ ਸਰਕਾਰ ਦੇ ਕੰਨ ਤੇ ਕਦੇ ਜੂੰ ਨਹੀਂ ਰੰਗੀ ਔਰ ਅਲਟੀਮੇਟਲੀ ਸਾਨੂੰ ਇਹ ਸਟੈਪ ਚੱਕਣਾ ਪਿਆ ਕਿ ਅਸੀਂ ਮਾਣਯੋਗ ਹਾਈ ਕੋਰਟ ਦੀ ਸ਼ਰਨ ਦੇ ਵਿੱਚ ਜਾਈਏ, ਅਸੀਂ ਉਹਨਾਂ ਤੋਂ ਜਾ ਕੇ ਇਨਸਾਫ ਮੰਗੀਏ। ਜਨਵਰੀ 2003 ਦੇ ਵਿੱਚ ਮੈਂ ਇੱਕ ਪਟੀਸ਼ਨ ਮੂਵ ਕੀਤੀ ਜਿਹਦੇ ਵਿੱਚ ਅਸੀਂ ਇਹ ਮੰਗ ਕੀਤੀ ਕਿ ਸਾਡੇ ਫਾਦਰ ਦੇ ਮਾਮਲੇ ਦੀ ਜਾਂਚ ਜਿਹੜੀ ਹੈ ਉਹ ਸੀਬੀਆਈ ਤੋਂ ਕਰਵਾਈ ਜਾਵੇ, ਕਿਉਂਕਿ ਹਰਿਆਣਾ ਪੁਲਿਸ ਦਬਾਅ ਦੇ ਵਿੱਚ ਕੰਮ ਕਰ ਰਹੀ ਹੈ। ਜਿਹੜਾ ਮੇਨ ਕਲਪਿਟ ਹੈ ਉਹਦੇ ਤੋਂ ਉਹਨਾਂ ਨੇ ਕਦੇ ਵੀ ਇਨਵੈਸਟੀਗੇਸ਼ਨ ਦੇ ਦੌਰਾਨ ਉਹਨੂੰ ਕਦੇ ਵੀ ਇੰਟੈਰੋਗੇਟ ਨਹੀਂ ਕੀਤਾ। ਇਸ ਪਟੀਸ਼ਨ ਦੇ ਰਾਹੀਂ ਅਸੀਂ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ। ਇਹ ਅੰਸ਼ੁਲ ਜੀ ਗੱਲ ਕਲੀਅਰ ਹੋ ਗਈ ਕਿ ਕਿੰਨਾ ਤੁਹਾਡੇ ਪਰਿਵਾਰ ਨੂੰ ਇਹ ਸਾਰਾ ਕੁਝ ਝੱਲਣਾ ਪਿਆ ਐਂਡ ਕਿੰਨੀ ਲੰਮੀ ਲੜਾਈ ਲੜ ਕੇ ਤੇ ਤੁਸੀਂ ਫਾਈਨਲੀ ਇੱਥੇ ਪਹੁੰਚੇ ਹੋ। ਐਂਡ ਇਹ ਹੁਣ ਮੇਰਾ ਖਿਆਲ ਤੁਹਾਡੀ ਗੱਲ ਵੀ ਉਹ ਕਲੀਅਰ ਹੋ ਗਈ ਕਿ ਜਦੋਂ 17 ਸਾਲ ਲੱਗੇ ਹੋਣ ਆਪਣੇ ਪਿਓ ਦੇ ਕਤਲ ਦਾ
ਕਾਤਲਾਂ ਨੂੰ ਸਲਾਖਾਂ ਪਿੱਛੇ ਪਹੁੰਚਾਉਣ ਦੇ ਵਿੱਚ, ਤੇ ਅਚਾਨਕ ਪਤਾ ਲੱਗੇ ਵੀ ਹੁਣ ਉਹਨੂੰ ਦੁਬਾਰਾ ਬਾਹਰ ਕੱਢਿਆ ਜਾ ਰਿਹਾ, ਤੇ ਜ਼ਰੂਰ ਜੋ ਇਸ ਵਕਤ ਤੁਸੀਂ ਦੱਸ ਰਹੇ ਹੋ ਸਮਝਿਆ ਜਾ ਸਕਦਾ। ਹੁਣ ਇਹਦੇ 'ਚ ਇੱਕ ਕਰੈਕਟਰ ਹੋਰ ਹੈ ਹਨੀਪ੍ਰੀਤ। ਉਹ ਬੜੀ ਵਾਰ ਮੈਂ ਬੜੇ ਬੰਦਿਆਂ ਕੋਲੋਂ ਸੁਣ ਲਿਆ ਜਿਹੜੇ ਕਿ ਡੇਰੇ ਦੇ ਵਿੱਚ ਵੀ ਰਹਿੰਦੇ ਨੇ, ਜਾਂ ਡੇਰੇ ਦੀਆਂ ਅੰਦਰ ਜੋ ਕੁਝ ਵੀ ਹੁੰਦਾ ਰਿਹਾ ਉਹਦੇ ਨਾਲ ਵਾਬਸਤਾ ਨੇ। ਹੁਣ ਵੀ ਇੱਕ ਪਾਸੇ ਡੇਰਾ ਮੈਨੇਜਰ ਹੋਰ ਹੈ, ਕਮੇਟੀ ਹੋਰ ਹੈ, ਪਰਿਵਾਰ ਹੋਰ ਹੈ, ਪਰ ਜਿੱਦਾਂ ਉਹ ਜਿਹੜੇ ਆਪਣੇ ਸਿਹਤ ਮੰਤਰੀ ਨੇ ਹਰਿਆਣੇ ਦੇ ਰਣਜੀਤ ਸਿੰਘ ਹੋਰੀ, ਉਹਨਾਂ ਦਾ ਵੀ ਬਿਆਨ ਸੀਗਾ ਵੀ ਅਸੀਂ ਤਾਂ ਕਾਨੂੰਨ ਦੇ ਤਹਿਤ ਇਜਾਜ਼ਤ ਦਿੱਤੀ ਹੈ ਜੀ, ਦੇਖੋ ਜੇ ਕੋਈ ਮਰੀਜ਼ ਦੇ ਨਾਲ ਰਹਿਣਾ ਚਾਹਵੇ ਉਹਦਾ ਕੋਈ ਆਪਣਾ, ਤੇ ਫਿਰ ਅਸੀਂ ਉਹਨੂੰ ਕਿੱਦਾਂ ਰੋਕ ਸਕਦੇ ਹਾਂ। ਇਹ ਬਾਕੀ ਸਾਰਿਆਂ ਨੂੰ ਛੱਡ ਕੇ ਹਨੀਪ੍ਰੀਤ ਅਜੇ ਵੀ ਬਾਬੇ ਦੇ ਇੰਨਾ ਨੇੜੇ ਆ, ਤੇ ਈਵਨ ਸਰਕਾਰ ਵੀ ਕਹਿੰਦੇ ਵੀ ਉਹ ਉਹਨਾਂ ਦਾ ਦੇਖਭਾਲ ਕਰੂਗੀ। ਇਸ ਮੁੱਦੇ ਤੋਂ ਵੀ ਤੁਸੀਂ ਜਿੱਦਾਂ ਹੁਣੇ ਕਿਹਾ ਕਿ ਸ਼ੱਕੀ ਹੈ, ਤੁਸੀਂ ਇਹਨੂੰ ਸ਼ੱਕੀ ਕਿੱਦਾਂ ਗਿਣਦੇ ਆ ਜੀ? ਮੈਂ ਸਭ ਤੋਂ ਪਹਿਲਾਂ ਤੁਹਾਨੂੰ ਇਹ ਦੱਸਣਾ ਚਾਹਾਂ ਕਿ ਇਹ ਮਾਮਲਾ 2011 'ਚ ਸਾਡੇ ਸਾਹਮਣੇ ਆਇਆ। ਉਸ ਤੋਂ ਪਹਿਲਾਂ ਡੇਰੇ ਸੱਚੇ ਸੌਦੇ ਦੇ ਅੰਦਰ ਜਿੰਨੀ ਵੀ ਮੈਨੇਜਮੈਂਟ ਹੈ, ਉਹਨਾਂ ਸਾਰਿਆਂ ਦੇ ਵਿੱਚ ਕਿਤੇ ਨਾ ਕਿਤੇ ਖੁਸਰ ਫੁਸਰ ਜ਼ਰੂਰ ਹੋ ਰਹੀ ਸੀ ਕਿ ਹਨੀਪ੍ਰੀਤ ਦੇ ਨਾਲ ਬਾਬੇ ਦੇ ਕੀ ਅਜਿਹੇ ਸੰਬੰਧ ਨੇ ਕਿ ਉਹ 24 ਘੰਟੇ ਉਹਨੂੰ ਨਾਲ ਰੱਖਦਾ ਹੈ। ਜੇ ਕਿਤੇ ਬਾਹਰ ਜਾਂਦਾ ਹੈ ਤਾਂ ਆਪਦੇ ਰੂਮ ਦੇ ਵਿੱਚ ਸਮਾਉਂਦਾ ਹੈ। ਤਾਂ ਇਹ ਸਾਰੀਆਂ ਕਾਰਗੁਜ਼ਾਰੀਆਂ ਕਿਤੇ ਨਾ ਕਿਤੇ ਡੇਰੇ ਦੇ ਅੰਦਰ ਵੀ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਸਨ। ਤਾਂ ਹਨੀਪ੍ਰੀਤ ਜਿਹੜੀ ਹੈ, ਜਿਹਦਾ ਕਿ ਅਸਲੀ ਨਾਮ ਪ੍ਰਿਯੰਕਾ ਸੀ ਔਰ ਫਤਿਆਬਾਦ ਦੀ ਰਹਿਣ ਵਾਲੀ ਸੀ, ਔਰ ਉਹਦੀ ਫੈਮਿਲੀ ਬਾਬੇ ਦੀ ਡਿਵੋਟੀ ਸੀ। ਤਾਂ ਹੌਲੀ ਹੌਲੀ ਨਜ਼ਦੀਕੀਆਂ ਵਧੀਆਂ। ਗੁਰਮੀਤ ਰਾਮ ਰਹੀਮ ਨੇ ਹਨੀਪ੍ਰੀਤ ਦਾ ਵਿਆਹ ਵੀ ਆਪਣੀ ਮਰਜ਼ੀ ਦੇ ਨਾਲ ਇੱਕ ਮੋਹਰਾ ਲੱਭ ਕੇ ਉਹਦੇ ਨਾਲ ਕਰਵਾਇਆ, ਜਿਹਦਾ ਕਿ ਨਾਮ ਵਿਸ਼ਵਾਸ ਗੁਪਤਾ ਸੀ। ਵਿਸ਼ਵਾਸ ਗੁਪਤਾ ਦੀ ਫੈਮਿਲੀ, ਵਿਸ਼ਵਾਸ ਗੁਪਤੇ ਦਾ ਦਾਦਾ ਸਾਡੇ ਹਰਿਆਣੇ ਦੇ ਘਰੌਂਡਾ ਕੰਸਟੀਚੁਐਂਸੀ ਤੋਂ ਕਿਸੇ ਟਾਈਮ ਤੇ MLA ਰਿਹਾ। ਉਹਦੇ ਫਾਦਰ ਜਿਹੜੇ ਨੇ ਇੱਕ ਸਰਕਾਰੀ ਜੌਬ ਦੇ ਵਿੱਚ ਸਨ। ਸਰਕਾਰੀ ਜੌਬ ਛੱਡ ਕੇ ਜਾਂ ਰਿਟਾਇਰਮੈਂਟ ਤੋਂ ਬਾਅਦ ਜਿੰਨਾ ਵੀ ਪੈਸਾ ਮਿਲਿਆ ਕਿ ਡੇਰੇ ਨੂੰ ਦਾਨ ਕਰ ਦਿੱਤਾ। ਔਰ ਉਸ ਤੋਂ ਬਾਅਦ ਜਿਵੇਂ ਸਮਾਂ ਬੀਤਦਾ ਗਿਆ, ਗੁਰਮੀਤ ਰਾਮ ਰਹੀਮ ਨੇ ਪ੍ਰਿਯੰਕਾ ਦਾ ਵਿਆਹ ਵਿਸ਼ਵਾਸ ਗੁਪਤੇ ਨਾਲ ਕਰਵਾਇਆ। ਔਰ ਵਿਸ਼ਵਾਸ ਗੁਪਤੇ ਦੇ ਕੋਲ ਪ੍ਰਿਯੰਕਾ ਇੱਕ ਦਿਨ ਵੀ ਨਹੀਂ ਗਈ। ਤਾਂ ਹੌਲੀ ਹੌਲੀ ਜਿਹੜਾ ਹੈ ਉਹਦੇ ਤੇ ਸ਼ੱਕੀ ਸਵਾਲ ਉੱਠਣੇ ਸ਼ੁਰੂ ਹੋਏ। ਤਾਂ ਅਲਟੀਮੇਟਲੀ ਗੁਰਮੀਤ ਰਾਮ ਰਹੀਮ ਨੂੰ ਡੇਰੇ ਦੇ ਅੰਦਰ ਭਰੀ ਸਭਾ ਦੇ ਵਿੱਚ ਇਹ ਐਲਾਨ ਕਰਨਾ ਪਿਆ ਕਿ ਪ੍ਰਿਯੰਕਾ ਜਿਹੜੀ ਹੈ ਉਹਦਾ ਨਾਂ ਅੱਜ ਤੋਂ ਬਾਅਦ ਹਨੀਪ੍ਰੀਤ ਹੋਏਗਾ। ਔਰ ਹਨੀਪ੍ਰੀਤ ਜਿਹੜੀ ਹੈ ਉਹਨੂੰ ਮੈਂ ਗੋਦ ਲੈ ਰਿਹਾ, ਉਹ ਅੱਜ ਤੋਂ ਬਾਅਦ ਮੇਰੀ ਤੀਜੀ ਬੇਟੀ ਹੋਏਗੀ। ਪਹਿਲੀਆਂ ਮੇਰੀਆਂ 2 ਨੇ, ਹੁਣ ਤੀਸਰੀ ਬੇਟੀ ਅੱਜ ਤੋਂ ਬਾਅਦ ਮੇਰੀ ਹਨੀਪ੍ਰੀਤ ਹੋਏਗੀ ਔਰ ਮੇਰੇ ਕੋਲੇ ਡੇਰੇ ਦੇ ਵਿੱਚ ਰਹੇਗੀ। ਵਿਸ਼ਵਾਸ ਗੁਪਤੇ ਨੂੰ ਡੇਰੇ ਦੇ ਅੰਦਰ ਮੇਰੇ ਜਵਾਈ ਦੇ ਤੌਰ ਤੇ ਟਰੀਟ ਕੀਤਾ ਜਾਵੇਗਾ। ਉਸ ਤੋਂ ਬਾਅਦ ਵਿਸ਼ਵਾਸ ਗੁਪਤੇ ਹੋਰੀ ਡੇਰੇ ਦੇ ਜਵਾਈ ਬਣ ਗਏ, ਡੇਰਾ ਹੈੱਡ ਦੇ ਜਵਾਈ ਬਣ ਗਏ। ਉਹਨਾਂ ਨੂੰ ਡੇਰਾ ਹੈੱਡ ਦੇ ਜਵਾਈ ਦੀ ਤਰ੍ਹਾਂ ਟਰੀਟ ਕੀਤਾ ਜਾਣ ਲੱਗ ਗਿਆ। ਲੇਕਿਨ ਵਿਸ਼ਵਾਸ ਗੁਪਤੇ ਹੋਰੀ ਥੋੜਾ ਜਿਹਾ ਇਹਨਾਂ ਗੱਲਾਂ ਨੂੰ ਲੈ ਕੇ ਹਵਾ 'ਚ ਜ਼ਰੂਰ ਰਹੇ ਕਿ ਹਾਂ ਉਹ ਬਾਬੇ ਦੇ ਜਵਾਈ ਨੇ ਤੇ ਲੋਕ ਉਹਨਾਂ ਦੇ ਪੈਰੀ ਹੱਥ ਲਾਉਂਦੇ ਨੇ। ਲੇਕਿਨ ਜਿਵੇਂ ਸਮਾਂ ਟੱਪਦਾ ਗਿਆ, ਕਿਤੇ ਵੀ ਬਾਹਰ ਸੈਰ ਤੇ ਜਾਣਾ ਹੈ, ਘੁੰਮਣ ਜਾਣਾ ਹੈ, ਜਾਂ ਕਿਤੇ ਹੋਰ ਕਿਸੇ ਪ੍ਰੋਗਰਾਮ ਤੇ ਜਾਣਾ ਹੈ, ਤਾਂ ਗੁਰਮੀਤ ਰਾਮ ਰਹੀਮ ਹਨੀਪ੍ਰੀਤ ਨੂੰ ਆਪਣੇ ਕਮਰੇ ਦੇ ਵਿੱਚ ਕਿਉਂ ਰੱਖਦਾ ਹੈ? ਉਹ ਵਿਸ਼ਵਾਸ ਗੁਪਤੇ ਦੇ ਕਮਰੇ ਦੇ ਵਿੱਚ ਉਹਨੂੰ ਕਿਉਂ ਨਹੀਂ ਜਾਣ ਦਿੰਦਾ? ਹੌਲੀ ਹੌਲੀ ਇਹਨਾਂ ਚੀਜ਼ਾਂ ਨੇ ਸ਼ੱਕ ਪੈਦਾ ਕੀਤਾ ਵਿਸ਼ਵਾਸ ਗੁਪਤੇ ਦੇ ਦਿਮਾਗ ਦੇ ਵਿੱਚ। ਔਰ ਜਿਸ ਦਿਨ ਵਿਸ਼ਵਾਸ ਗੁਪਤੇ ਨੇ ਇਹ ਸਭ ਕੁਝ ਆਪਣੇ ਅੱਖੀਂ ਵੇਖਿਆ ਤਾਂ ਉਹਨੇ ਇਸ ਘਟਨਾ ਨੇ ਵਿਸ਼ਵਾਸ ਗੁਪਤੇ ਨੂੰ ਅੰਦਰ ਤੱਕ ਵਲੂੰਧਰਤਾ ਔਰ ਉਹਨੇ ਡੇਰਾ ਛੱਡਿਆ, ਆਪਣੀ ਫੈਮਿਲੀ ਨੂੰ ਨਾਲ ਲਿਆ ਔਰ ਪੰਚਕੂਲੇ ਚਲਾ ਗਿਆ। ਪੰਚਕੂਲੇ ਜਾ ਕੇ ਉਹਨੇ ਪ੍ਰੈਸ ਕਲੱਬ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ, ਚੰਡੀਗੜ੍ਹ ਪ੍ਰੈਸ ਕਲੱਬ ਦੇ ਵਿੱਚ, ਜਿਹਦੇ ਵਿੱਚ ਪਹਿਲੀ ਵਾਰ ਉਹਨੇ ਇਹ ਗੱਲ ਆਰੋਪ ਲਾਏ ਕਿ ਮੇਰੀ ਜਿਹੜੀ ਵਾਈਫ ਹੈ ਹਨੀਪ੍ਰੀਤ, ਉਹਦੇ ਬਾਬੇ ਦੇ ਨਾਲ ਨਜਾਇਜ਼ ਸੰਬੰਧ ਨੇ। ਇਹ ਸਾਰੀ ਘਟਨਾ ਜਿਹੜੀ ਹੈ ਸਭ ਨੇ ਵੇਖੀ, ਸਾਰੇ ਮੀਡੀਆ ਨੇ ਵੇਖੀ, ਸਾਰੇ ਦੇਸ਼ ਨੇ ਵੇਖੀ ਕਿ ਵਿਸ਼ਵਾਸ ਗੁਪਤੇ ਨੇ ਡੇਰਾ ਹੈੱਡ ਦੇ ਉੱਤੇ ਬਹੁਤ ਸੰਗੀਨ ਇਲਜ਼ਾਮ ਲਾਏ, ਜਿਹਨੂੰ ਉਹ ਆਪਣੀ ਮੂੰਹ ਬੋਲੀ ਬੇਟੀ ਕਹਿੰਦਾ ਹੈ। ਉਹਦੇ ਨਾਲ ਸੰਬੰਧਾਂ ਨੂੰ ਲੈ ਕੇ ਕਿਸ ਤਰ੍ਹਾਂ ਦੇ ਸਵਾਲ ਉੱਠੇ। ਉਸ ਤੋਂ ਬਾਅਦ ਇੱਕ ਦੌਰ ਸ਼ੁਰੂ ਹੋਇਆ ਵਿਸ਼ਵਾਸ ਗੁਪਤੇ ਦੀ ਫੈਮਿਲੀ ਨੂੰ ਟਾਰਚਰ ਕਰਨ ਦਾ। ਕਿਸ ਤਰ੍ਹਾਂ ਉਹਦੇ ਉੱਥੇ ਬੰਦੇ ਭੇਜੇ ਗਏ, ਕਿਸ ਤਰ੍ਹਾਂ ਉਹਨਾਂ ਦੇ ਉੱਪਰ ਹਮਲੇ ਕਰਾਉਣ ਦੀ ਕੋਸ਼ਿਸ਼ ਹੋਈ। ਉਦੋਂ ਬਾਅਦ ਕਿਸ ਤਰੀਕੇ ਨਾਲ ਹਨੀਪ੍ਰੀਤ ਤੋਂ ਇੱਕ ਕੇਸ ਸਰਸੇ ਦੇ ਕੋਰਟ ਦੇ ਵਿੱਚ ਦਾਇਰ ਕਰਵਾਇਆ ਗਿਆ, FIR ਕਰਵਾਈ ਗਈ, ਜਿਹਦੇ ਵਿੱਚ ਦਾਨ ਦਹੇਜ ਮੰਗਣ ਦੀਆਂ ਗੱਲਾਂ ਕੀਤੀਆਂ ਗਈਆਂ, ਜਾਨੋਂ ਮਾਰਨ ਦੀਆਂ ਗੱਲਾਂ ਕੀਤੀਆਂ ਗਈਆਂ। ਉਸ ਤੋਂ ਬਾਅਦ ਕਿਸ ਤਰ੍ਹਾਂ ਜਿਹੜਾ ਹੈ
ਚੈੱਕ ਡਿਸਆਨਰ ਦੇ ਮਾਮਲੇ ਕੋਈ ਪੰਜਾਬ ਦੇ ਮੋਹਾਲੀ ਦੀ ਕੋਰਟ 'ਚ, ਬਿਲਕੁਲ ਕੋਈ ਸਹੀ। ਰਾਜਸਥਾਨ ਦੇ ਪੀਲੀ ਬੰਗਾ ਦੀ ਕੋਰਟ 'ਚ, 3 ਸਟੇਟਾਂ ਦੇ ਵਿੱਚ ਘੁਮਾ ਕੇ ਰੱਖ ਦਿੱਤਾ ਗਿਆ ਵਿਸ਼ਵਾਸ ਗੁਪਤੇ ਦੀ ਫੈਮਿਲੀ ਨੂੰ ਅਦਾਲਤੀ ਕਾਰਵਾਈ ਦੇ ਵਿੱਚ, ਤੇ ਅਲਟੀਮੇਟਲੀ ਉਹ ਅੰਦਰੋਂ ਟੁੱਟ ਗਏ ਔਰ ਉਹਨਾਂ ਨੂੰ ਜਾ ਕੇ ਡੇਰੇ ਦੇ ਅੰਦਰ ਸਮਝੌਤਾ ਕਰਨਾ ਪਿਆ, ਭਰੀ ਸਭਾ ਦੇ ਵਿੱਚ ਮਾਫੀ ਮੰਗਣੀ ਪਈ ਔਰ ਇਹ ਕਹਿਣਾ ਪਿਆ ਕਿ ਸਾਥੋਂ ਗਲਤੀ ਹੋਈ। ਇੰਨੀ ਵੱਡੀ ਕਰਤੂਤ ਕਰਨ ਦੇ ਬਾਵਜੂਦ ਡੇਰਾ ਹੈਡ ਇਸ ਕਾਰਗੁਜ਼ਾਰੀ 'ਚ ਕਾਮਯਾਬ ਹੋਇਆ ਕਿ ਉਹਨੇ ਵਿਸ਼ਵਾਸ ਗੁਪਤੇ ਦੀ ਫੈਮਿਲੀ ਨੂੰ ਗਲਤ ਠਹਿਰਾਇਆ ਔਰ ਇਹ ਆਖਿਆ ਕਿ ਹਾਂ ਇੱਥੇ ਮਾਫੀ ਮੰਗੋ। ਹੁਣ ਅੱਜ ਹਾਲਾਤ ਫਿਰ ਉਹੀ ਨੇ, ਹਨੀਪ੍ਰੀਤ ਉਹੀ ਹੈ, ਸਭ ਕੁਝ ਉਹੀ ਹੈ। ਹਨੀਪ੍ਰੀਤ ਨੂੰ ਜਿਹੜਾ ਹੈ ਉਹਦੇ ਪਿੱਛੇ ਚਿੰਤਾ ਦਾ ਪ੍ਰਗਟਾਵਾ ਜਿਹੜਾ ਅਸੀਂ ਕਿਉਂ ਕਰ ਰਹੇ ਹਾਂ, ਉਹਦੀ ਵੱਡੀ ਵਜ੍ਹਾ ਇਹ ਹੈ ਜੀ ਕਿ 25 ਅਗਸਤ 2017 ਨੂੰ ਜੋ ਘਟਨਾਕ੍ਰਮ ਵਾਪਰਿਆ ਪੰਚਕੂਲੇ 'ਚ ਸਜ਼ਾ ਐਲਾਨੇ ਜਾਣ ਦੇ ਦੌਰਾਨ, ਉਸ ਘਟਨਾਕ੍ਰਮ ਦੇ ਪਿੱਛੇ ਹਰਿਆਣਾ ਪੁਲਿਸ ਨੇ ਵਾਰ-ਵਾਰ ਪ੍ਰੈਸ ਕਾਨਫਰੰਸ ਕਰਦਿਆਂ ਆਖਿਆ ਕਿ ਇਸ ਸਾਰੀ ਕਾਰਗੁਜ਼ਾਰੀ ਦੀ ਸਾਜ਼ਿਸ਼ ਜਿਹੜੀ ਹੈ ਉਹ 17 ਅਗਸਤ 2017 ਨੂੰ ਡੇਰੇ ਦੇ ਅੰਦਰ ਰਚੀ ਗਈ, ਜਿਹਦੀ ਮੁੱਖ ਸਾਜ਼ਿਸ਼ਕਰਤਾ ਜਿਹੜੀ ਹੈ ਉਹ ਹਨੀਪ੍ਰੀਤ ਹੈ ਜੀ। ਹਨੀਪ੍ਰੀਤ ਤੇ ਮੁਕੱਦਮਾ ਚੱਲਿਆ, ਦੇਸ਼ ਦਰੋਹ ਦੀਆਂ ਧਾਰਾਵਾਂ ਲੱਗੀਆਂ, ਕਈ ਸਮੇਂ ਤੱਕ ਹਨੀਪ੍ਰੀਤ ਦੀ ਗ੍ਰਿਫਤਾਰੀ ਦੇ ਲਈ ਬੜੇ ਚਰਚੇ ਚੱਲਦੇ ਰਹੇ ਔਰ ਅਲਟੀਮੇਟਲੀ ਬੜੇ ਨਾਟਕੀ ਢੰਗ ਨਾਲ ਪੰਜਾਬ ਦੇ ਵਿੱਚੋਂ ਉਹਦੀ ਗ੍ਰਿਫਤਾਰੀ ਹੋਈ ਔਰ ਉਹਨੂੰ ਜੇਲ੍ਹ ਦੇ ਵਿੱਚ ਸੱਟ ਦਿੱਤਾ ਗਿਆ। ਕੁਝ ਕੁ ਸਮੇਂ ਬਾਅਦ ਬੜੇ ਨਾਟਕੀ ਢੰਗ ਨਾਲ ਉਹੀ ਚਾਰਜਿਸ ਜਿਹੜੇ ਨੇ ਉਹ ਰਿਮੂਵ ਕਰ ਦਿੱਤੇ ਗਏ ਦੇਸ਼ ਦਰੋਹ ਦੇ, ਤੇ ਹਨੀਪ੍ਰੀਤ ਬੇਲ ਆਊਟ ਹੋ ਕੇ ਫਿਰ ਬਾਹਰ ਆ ਜਾਂਦੀ ਹੈ। ਹੁਣ ਉਸੇ ਹਨੀਪ੍ਰੀਤ ਨੂੰ ਵਾਰ-ਵਾਰ ਕਦੇ ਫਾਰਮ ਹਾਊਸ ਤੇ ਮਿਲਣ, ਕਦੇ ਮੈਦਾਨਤਾ ਦੇ ਵਿੱਚ ਮਿਲਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ, ਜਿਹੜੀ ਹਨੀਪ੍ਰੀਤ ਨੂੰ ਹਰਿਆਣਾ ਪੁਲਿਸ ਇੰਨੀ ਵੱਡੀ ਛੜਯੰਤਰਕਾਰੀ ਦੱਸ ਰਹੀ ਸੀ, ਜਿਹਦੇ ਕਾਰਨ 40 ਲੋਕਾਂ ਦੀ ਜਾਨ ਚਲੀ ਗਈ, ਜਿਹਦੇ ਕਾਰਨ ਅਰਬਾਂ ਰੁਪਈਆਂ ਦੀ ਪ੍ਰਾਪਰਟੀ ਜਿਹੜੀ ਹੈ ਉਹ ਸਵਾਹ ਹੋ ਗਈ, ਆਰਮੀ ਡਿਪਲੋਏ ਕਰਨੀ ਪਈ, ਇੰਨੇ ਦਿਨਾਂ ਤੱਕ ਕਰਫਿਊ ਲਾ ਕੇ ਰੱਖਣਾ ਪਿਆ। ਸਟੇਟ ਦੇ ਹਾਲਾਤ ਜਿਹੜੇ ਨੇ ਉਹ ਕੀ ਹੋਏ ਉਹ ਸਾਰਿਆਂ ਨੇ ਵੇਖਿਆ। ਤਾਂ ਉਸ ਹਨੀਪ੍ਰੀਤ ਨੂੰ ਇੰਨੀ ਛੂਟ ਨੇ ਕਿਵੇਂ ਦਿੱਤੀ ਜਾ ਸਕਦੀ ਹੈ ਦੁਬਾਰਾ ਤੋਂ ਗੁਰਮੀਤ ਰਾਮ ਰਹੀਮ ਨਾਲ ਮਿਲਣ ਦੀ? ਇਸ ਚੀਜ਼ ਤੇ ਸਾਡਾ ਸਵਾਲ ਆ। ਇਹ ਅੰਸ਼ੁਲ ਜੀ ਗੱਲ ਬਿਲਕੁਲ ਤੁਸੀਂ ਆਪਣੀ ਗੱਲ ਕਲੀਅਰ ਕਰ ਦਿੱਤੀ, ਇਹ ਬਹੁਤ ਵਧੀਆ ਢੰਗ ਨਾਲ ਤੁਸੀਂ ਸਮਝਾਤਾ। ਹੁਣ ਇੱਥੇ ਇੱਕ ਸਵਾਲ ਮੇਰੇ ਦਿਮਾਗ 'ਚ ਇਹ ਆਉਂਦਾ ਕਿ ਇੱਕ ਪਾਸੇ ਤੁਸੀਂ ਵਿਕਟਮ ਹੋ, ਹੋਰ ਜਿਹੜੇ ਲੋਕ ਵਿਕਟਮ ਨੇ ਉਹ ਦੋਸ਼ ਲਾਉਂਦੇ ਨੇ, ਅੰਦਰ ਦੀਆਂ ਬਹੁਤ ਸਾਰੀਆਂ ਕਹਾਣੀਆਂ ਪਹਿਲਾਂ ਵੀ ਪ੍ਰੈਸ ਦੇ ਸਾਹਮਣੇ ਆਉਂਦੀਆਂ ਰਹੀਆਂ, ਪਰ ਲੋਕਾਂ ਦੀ ਬਹੁਤ ਵੱਡੀ ਗਿਣਤੀ ਹੈ ਜਿਨ੍ਹਾਂ ਦਾ ਵਿਸ਼ਵਾਸ ਹੈ ਗੁਰਮੀਤ ਰਾਮ ਰਹੀਮ ਦੇ ਵਿੱਚ। ਅੱਜ ਵੀ ਉਹਨੂੰ ਪਿਤਾ ਜੀ ਕਿਹਾ ਜਾਂਦਾ। ਅਸੀਂ ਵੀਡੀਓਜ਼ ਦੇਖਦੇ ਹਾਂ ਜਿਹਦੇ ਵਿੱਚ ਕੋਈ ਆਪਣਾ ਕਰਵਾ ਚੌਥ ਦਾ ਵਰਤ ਉਹਨਾਂ ਦੀ ਫੋਟੋ ਨਾਲ ਤੋੜਦਾ, ਕੋਈ ਉਹਨਾਂ ਦੇ ਲੋਕਟ ਪਾਈ ਫਿਰਦਾ, ਕੋਈ ਕਹਿੰਦਾ ਜੀ ਮੈਨੂੰ ਰੋਟੀ 'ਚ ਦਿਸਿਆ ਬਾਬਾ, ਕੋਈ ਕਹਿੰਦਾ ਮੈਨੂੰ ਕਿਤੇ ਦਿਸਿਆ। ਕੁਝ ਇੱਕ ਦਾ ਕਹਿਣਾ ਸੀ ਵੀ ਇਹ ਤਾਂ ਜੀ ਬਹੁਤ ਵੱਡੀ ਕਰੋਪੀ ਆਉਣੀ ਸੀ ਦੁਨੀਆ 'ਤੇ, ਇਸ ਕਰਕੇ ਬਾਬਿਆਂ ਨੇ ਅੰਦਰ ਜਾ ਕੇ ਤੋਂ ਕਰੋਪੀ ਠੱਲੀ ਹੈ। ਉਹਨਾਂ ਲੋਕਾਂ ਦਾ ਫਿਰ ਵਿਸ਼ਵਾਸ ਕਿਵੇਂ ਹੈ? ਜੇ ਤੁਸੀਂ ਕਹਿੰਦੇ ਹੋ ਵੀ ਬਾਬਾ ਇੱਦਾਂ ਦਾ, ਉਹ ਤਾਂ ਰੱਬ ਮੰਨੀ ਖੜੇ ਨੇ, ਫਿਰ ਉਹਨਾਂ ਦਾ ਕਿਉਂ ਵਿਸ਼ਵਾਸ ਹੈ ਜੀ ਬਾਬੇ 'ਚ? ਮੈਂ ਇੱਕ ਛੋਟਾ ਜਿਹਾ ਐਗਜ਼ਾਮਪਲ ਤੁਹਾਨੂੰ ਦੇਣਾ ਚਾਹਾਂਗਾ ਕਿ ਇਸ ਪੂਰੇ ਘਟਨਾਕ੍ਰਮ ਦੇ ਵਿੱਚ ਜਿੰਨੀ ਤੁਹਾਨੂੰ ਮੈਂ ਸਟੋਰੀ ਸੁਣਾਈ ਹੈ, ਉਹਦੇ 'ਚ ਕੀਰ ਚੰਦ ਹੋਵੇ, ਗੁਰਮੀਤ ਰਾਮ ਰਹੀਮ ਨੂੰ ਨਾਲ ਪੀੜਤ ਜਿੰਨੇ ਵੀ ਲੋਕ ਨੇ, ਰਾਮ ਕੁਮਾਰ ਬਿਸ਼ਨੋਈ ਹੋਵੇ, ਵਿਸ਼ਵਾਸ ਗੁਪਤਾ ਹੋਵੇ, ਖੱਟਾ ਸਿੰਘ ਹੋਵੇ, ਜਾਂ ਸਾਧਵੀਆਂ ਹੋਣ, ਜਾਂ ਰਣਜੀਤ ਸਿੰਘ ਹੋਵੇ, ਸਾਡੀ ਫੈਮਿਲੀ ਨੂੰ ਛੱਡ ਕੇ ਜਿੰਨੇ ਕੁ ਵੀ ਪੀੜਤ ਨੇ ਉਹ ਸਾਰੇ ਡੇਰੇ ਨਾਲ ਜੁੜੇ ਹੋਏ ਲੋਕ ਸਨ। ਕੋਈ ਡੇਰੇ ਦੀ ਮੈਨੇਜਮੈਂਟ ਕਮੇਟੀ ਦਾ ਮੈਂਬਰ ਸੀ, ਕੋਈ ਡੇਰੇ ਦੀ ਬਿਲਕੁਲ ਨਜ਼ਦੀਕੀਆਂ 'ਚ, ਜਿਵੇਂ ਕਿ ਮੈਂ ਵਿਸ਼ਵਾਸ ਗੁਪਤੇ ਦਾ ਨਾਂ ਲਿਆ, ਗੁਰਮੀਤ ਰਾਮ ਰਹੀਮ ਦਾ ਦਮਾਦ ਸੀ। ਤਾਂ ਅਜਿਹੇ ਲੋਕਾਂ ਨੇ ਆ ਕੇ ਬਾਹਰ ਆਰੋਪ ਲਾਏ। ਅਸੀਂ ਨਹੀਂ ਕਹਿ ਰਹੇ, ਇਹ ਉਹ ਲੋਕ ਕਹਿ ਰਹੇ ਨੇ ਜਿਹੜੇ ਡੇਰਾ ਹੈਡ ਨੂੰ ਰੱਬ ਮੰਨਦੇ ਸੀ, ਭਾਵੇਂ ਉਹ ਖੱਟਾ ਸਿੰਘ ਸੀ ਜਿਹੜਾ ਰੱਬ ਮੰਨਦਾ ਸੀ, ਭਾਵੇਂ ਉਹ ਵਿਸ਼ਵਾਸ ਗੁਪਤਾ ਸੀ ਜਿਹੜਾ ਰੱਬ ਮੰਨਦਾ ਸੀ, ਭਾਵੇਂ ਉਹ ਰਣਜੀਤ ਸਿੰਘ ਸੀ। ਮਤਲਬ ਜਿਨ੍ਹਾਂ ਲੋਕਾਂ ਨੇ ਹੁਣ ਤਿੱਕਣ ਡੇਰਾ ਹੈਡ ਨੂੰ ਰੱਬ ਮੰਨਿਆ, ਉਹੀ ਵਿਸ਼ਵਾਸ ਜਿਹੜਾ ਉਹਨਾਂ ਲੋਕਾਂ ਦਾ ਹੈ ਜਿਹੜੇ ਅੱਜ ਕਹੀ ਜਾਂਦੇ ਨੇ ਕਿ ਇਹ ਸਭ ਝੂਠ ਹੈ, ਉਹੀ ਵਿਸ਼ਵਾਸ ਇਹਨਾਂ ਲੋਕਾਂ ਨੇ ਵੀ ਕੀਤਾ ਸੀ ਉਹਦੇ ਤੇ। ਲੇਕਿਨ ਜਦੋਂ ਉਹਨਾਂ ਦੇ ਹੱਡੀ ਵਾਪਰੀ ਤਾਂ ਉਹਨਾਂ ਨੂੰ ਸਮਝ ਆਇਆ, ਜਦੋਂ ਉਹਨਾਂ ਦੇ ਸਿਰ ਤੇ ਵੱਜੀ ਤਾਂ ਉਹਨਾਂ ਨੂੰ ਸਮਝ ਆਇਆ ਕਿ ਇਹ ਸਭ ਕੀ ਚੱਲ ਰਿਹਾ ਹੈ, ਇਹ ਸਭ ਕੀ ਹੋ ਰਿਹਾ। ਤਾਂ ਜਿਹਦੇ ਸੱਟ ਵੱਜਦੀ ਹੈ ਪਤਾ ਉਸੇ ਨੂੰ ਲੱਗਦਾ ਹੈ, ਖੱਟੇ ਸਿੰਘ ਨੂੰ ਵੱਜੀ ਜਾਂ ਆਪਣੇ ਨੂੰ ਵਿਸ਼ਵਾਸ ਗੁਪਤੇ ਨੂੰ ਲੱਗੀ, ਜਾਂ ਰਣਜੀਤ ਸਿੰਘ ਦਾ ਕਤਲ ਹੋਇਆ, ਜਾਂ ਫਿਰ ਮੈਂ ਇਹ ਕਹਾਂ ਕਿ ਜਿਹੜਾ ਸਾਧੂਆਂ ਨੂੰ ਨਪੁੰਸਕ ਬਣਾਉਣ ਦਾ ਮਾਮਲਾ, ਉਹ ਜਿਹੜਾ ਸਾਧੂ ਆ ਜਿਹਨੂੰ ਨਪੁੰਸਕ ਬਣਾਇਆ ਗਿਆ, ਜਿਹਦੇ ਉੱਪਰ ਇਹ ਸਾਰਾ ਵਾਪਰਿਆ ਇੰਨਾ ਕੁਛ,
ਇਹ ਪੀੜ ਉਸੇ ਨੂੰ ਹੈਗੀ ਆ, ਇਹਦੀ ਪੀੜ ਦੂਸਰੇ ਲੋਕਾਂ ਨੂੰ ਨਹੀਂ ਮਹਿਸੂਸ ਹੋ ਰਹੀ। ਜਦੋਂ ਉਹਨਾਂ ਦੇ ਨਾਲ ਆਪਦੇ ਨਾਲ ਇਹ ਸਭ ਕੁਝ ਵਾਪਰੇਗਾ, ਪਤਾ ਉਦੋਂ ਹੀ ਲੱਗਣਾ ਹੈ। ਤਾਂ ਜਿਹੜਾ ਰੱਬ ਮੰਨੀ ਫਿਰਨ ਦੀ ਜਿਹੜੀ ਗੱਲ ਤੁਸੀਂ ਕਰਦੇ ਹੋ, ਵਿਸ਼ਵਾਸ ਗੁਪਤੇ ਨੂੰ ਕਦੇ ਤੁਸੀਂ ਸੁਣਿਓ? ਰੱਬ ਉਹ ਵੀ ਮੰਨਦਾ ਸੀ, ਲੇਕਿਨ ਅੱਜ ਉਹ ਅੰਦਰੋਂ ਟੁੱਟ ਚੁੱਕਿਆ ਹੈ। ਔਰ ਦੂਸਰੀ ਗੱਲ ਕਿ ਅੱਜ ਵੀ ਇਹ ਲੋਕ ਹਜੇ ਵੀ ਕਿਉਂ ਇਹਨਾਂ ਕਾਰਗੁਜ਼ਾਰੀਆਂ 'ਚ ਪਏ ਹੋਏ ਨੇ, ਤਾਂ ਇਹ ਚੀਜ਼ ਜਿਹੜੀ ਹੈ ਕਿਤੇ ਨਾ ਕਿਤੇ ਜਿਹੜੇ ਸਬਜ਼ ਬਾਗ ਵਿਖਾਏ ਜਾਂਦੇ ਨੇ ਡੇਰੇ ਦੇ ਅੰਦਰ, ਧਰਮ ਦੇ ਨਾਂ ਤੇ ਕਿਸ ਤਰ੍ਹਾਂ ਉਹਨਾਂ ਨੂੰ ਅੰਨ੍ਹਿਆ ਕਰ ਦਿੱਤਾ ਗਿਆ ਹੈ, ਇਹ ਸਾਰੀ ਚੀਜ਼ ਕਿਤੇ ਨਾ ਕਿਤੇ ਸਵਾਲ ਖੜੇ ਕਰਦੀ ਹੈ ਸਾਡੇ ਸਿਸਟਮ ਤੇ, ਸਾਡੀ ਸਰਕਾਰ ਤੇ। ਸਰਕਾਰਾਂ ਨਹੀਂ ਚਾਹੁੰਦੀਆਂ ਕਿ ਲੋਕ ਪੜ੍ਹ ਲਿਖ ਕੇ ਅੱਗੇ ਵਧਣ, ਲੋਕ ਸਾਡੇ ਕਾਲਰ ਫੜ ਕੇ ਸਾਥੋਂ ਸਵਾਲ ਪੁੱਛਣ ਕਿ ਤੁਸੀਂ ਇਸ ਦੇਸ਼ ਲਈ ਕੀ ਕੀਤਾ, ਤੁਸੀਂ ਸਾਡੇ ਲਈ ਕੀ ਕੀਤਾ। ਸਰਕਾਰਾਂ ਚਾਹੁੰਦੀਆਂ ਨੇ ਲੋਕ ਅਨਪੜ੍ਹ ਰਹਿਣ, ਲੋਕ ਅਜਿਹੇ ਸਾਧਵਾਂ ਦੇ ਪਿੱਛੇ, ਅਜਿਹੇ ਸਾਧਾਂ ਦੇ ਪਿੱਛੇ ਅੰਨੇ ਹੋ ਕੇ ਲੱਗੇ ਰਹਿਣ, ਅਜਿਹੇ ਡੇਰਿਆਂ ਦੇ ਵਿੱਚ ਮੱਥੇ ਰਗੜਦੇ ਰਹਿਣ, ਤਾਂ ਜੋ ਉਹਨਾਂ ਦਾ ਧਿਆਨ ਸਾਡੀਆਂ ਕਾਰਗੁਜ਼ਾਰੀਆਂ ਵੱਲ ਡਾਇਵਰਟ ਨਾ ਹੋਵੇ, ਸਾਡੇ ਕੋਲੋਂ ਉਹ ਸਵਾਲ ਪੁੱਛਣ ਜੋਗੇ ਨਾ। ਅੰਸ਼ੁਲ ਜੀ, ਇੱਕ ਚੀਜ਼ ਮੈਨੂੰ ਦੱਸਿਓ, ਇਹ ਜਿਹੜੀਆਂ ਤੁਸੀਂ ਦੱਸਦੇ ਹੋ ਗੱਲਾਂ, ਜਿਸ ਤਰ੍ਹਾਂ ਤੁਸੀਂ ਬਾਬੇ ਨੂੰ ਪੇਸ਼ ਕਰਦੇ ਹੋ, ਜਿੰਨੇ ਵੀ ਵਿਕਟਮ ਨੇ ਉਹ ਜਿਵੇਂ ਪੇਸ਼ ਕਰਦੇ ਆ, ਜਿਹੜੇ ਲੋਕਾਂ ਦਾ ਵਿਸ਼ਵਾਸ ਹੈ ਉਹ ਕਿਸੇ ਹੋਰ ਤਰ੍ਹਾਂ ਦੇਖਦੇ ਨੇ। ਪਰ ਜਿਹੜੀਆਂ ਚੀਜ਼ਾਂ ਉੱਥੇ ਡੇਰੇ 'ਚ ਹੁੰਦੀਆਂ ਸੀ, ਕਈ ਵਾਰ ਜਿਹੜਾ ਇੱਕ ਨਿਊਟਰਲ ਬੰਦਾ ਹੈ ਉਹ ਜਦੋਂ ਦੇਖਦਾ ਤੇ ਉਹਨੂੰ ਉਹ ਠੀਕ ਨਹੀਂ ਲੱਗਦੀਆਂ। ਜਿੱਦਾਂ ਪਿਛਲੇ ਸਮੇਂ ਦੇ ਦੌਰਾਨ ਮੈਨੂੰ ਕੁਝ ਗੱਲਾਂ ਪਤਾ ਲੱਗੀਆਂ ਜੀ ਕਿ ਵੀ ਬਾਬਾ ਉਹ ਫਿਲਮੀ ਗਾਣੇ ਗਾਉਂਦਾ ਸੀ, ਉਹਦੀਆਂ ਗੱਡੀਆਂ ਮੋਡੀਫਾਈ ਹੁੰਦੀਆਂ ਸੀ, ਫਿਰ ਉਹਦੇ ਵਿੱਚ ਉਹ ਸ਼ਾਇਦ ਕੋਈ ਸਬਜ਼ੀ ਉਗਾ ਲੈਂਦਾ ਸੀ, ਉਹ ਸਬਜ਼ੀ ਵੀ ਕਈਆਂ ਨੂੰ ਕਿੰਨੇ ਹਜ਼ਾਰ ਦਾ, ਕੋਈ 5000 ਦਾ ਬਤਾਊਂ ਵੇਚ ਦਿੱਤਾ ਜਾਂਦਾ ਸੀ। ਇਹ ਸਾਰਾ ਕੁਝ ਜਦੋਂ ਲੋਕਾਂ ਦੇ ਸਾਹਮਣੇ ਹੁੰਦਾ ਸੀ, ਲੋਕ ਫਿਰ ਵੀ ਵਿਸ਼ਵਾਸ ਕਰਦੇ ਸੀ। ਇੱਦਾਂ ਕਿਉਂ ਸੀ? ਕੋਈ ਹੈ ਤੁਹਾਡੇ ਕੋਲ ਜਾਣਕਾਰੀ? ਕਿਉਂਕਿ ਤੁਸੀਂ ਵੀ ਸਿਰਸੇ 'ਚ ਰਹਿੰਦੇ ਹੋ, ਇੰਨੇ ਚਿਰ ਤੋਂ ਇਹ ਸਾਰੇ ਕੁਝ ਨੂੰ ਦੇਖ ਰਹੇ ਹੋ। ਇਹ ਜਿਹੜਾ ਇੱਕ ਧਰਮ ਦੇ ਨਾਂ ਤੇ ਇੱਕ ਬੜਾ ਵਧੀਆ ਬਿਜ਼ਨਸ ਚਲਾ ਰਿਹਾ ਸੀ ਗੁਰਮੀਤ ਰਾਮ ਰਹੀਮ, ਔਰ ਲੋਕਾਂ ਨੂੰ ਇਸ ਚੀਜ਼ ਦੀ ਸਮਝ ਨਹੀਂ ਸੀ ਆ ਰਹੀ ਕਿ ਗੁਰਮੀਤ ਰਾਮ ਰਹੀਮ ਸਾਡੇ ਨਾਲ ਕੀ ਖੇਡ ਖੇਡ ਰਿਹਾ, ਸਾਡੇ ਨਾਲ ਕੀ ਖੇਡ ਖੇਡਿਆ ਜਾ ਰਿਹਾ ਧਰਮ ਦੇ ਨਾਂ ਤੇ। ਨਹੀਂ, ਮੈਂ ਪਤਾ ਕਿਉਂ ਤੁਹਾਨੂੰ ਸਵਾਲ ਪੁੱਛਿਆ, ਕਿਉਂਕਿ ਸਿਰਸੇ 'ਚ ਤੁਹਾਨੂੰ ਬੜੇ ਬੰਦੇ ਅਜੇ ਵੀ ਮਿਲ ਜਾਂਦੇ ਹੋਣਗੇ, ਕੋਈ ਸਕੂਟਰ ਤੇ ਇੱਧਰ ਨੂੰ ਲੰਘਦਾ, ਕੋਈ ਉੱਧਰ ਨੂੰ ਲੰਘਦਾ, ਜਿਹੜੇ ਤੁਹਾਨੂੰ ਜਾਣਦੇ ਵੀ ਆ ਵੀ ਇਹ ਛਤਰਪਤੀ ਹੋਰਾਂ ਦੇ ਮੁੰਡੇ ਆ, ਜਾਂ ਇਹ ਛਤਰਪਤੀ ਪਰਿਵਾਰ ਜਿਨ੍ਹਾਂ ਦੀ ਬਾਬੇ ਨਾਲ ਇਸ ਕਰਕੇ ਕੇਸ ਚੱਲਦਾ, ਤੇ ਉਹਨਾਂ ਦਾ ਵਿਸ਼ਵਾਸ ਵੀ ਹੋਊਗਾ। ਹੋ ਸਕਦਾ ਤੁਹਾਡੀ ਆਪਸੀ ਕੋਈ ਟਸਲ ਨਾ ਹੋਵੇ, ਪਰ ਉਸ ਬੰਦੇ ਦਾ ਵਿਸ਼ਵਾਸ ਹੋ ਸਕਦਾ। ਕਿਸੇ ਵਿਸ਼ਵਾਸ ਵਾਲੇ ਬੰਦੇ ਦੀ ਕੋਈ ਗੱਲ ਮੇਰੇ ਨਾਲ ਸਾਂਝੀ ਕਰ ਸਕਦੇ ਹੋ ਵੀ ਕਿਉਂ ਆ ਵਿਸ਼ਵਾਸ, ਉਹਨੇ ਕੋਈ ਤੁਹਾਨੂੰ ਉਦਾਹਰਨ ਦਿੱਤੀ ਹੋਵੇ? ਮੈਨੂੰ ਜਿਹੜੇ ਚੀਜ਼ ਲੱਗਦੀ ਆ ਉਹ ਉਦਾਹਰਣ ਦੇ ਤੌਰ ਤੇ ਚਲੋ ਇੱਕ ਪੁੱਛਿਆ ਵੀ ਗਿਆ, ਲੇਕਿਨ ਉਹਦੇ ਪਿੱਛੇ ਕੋਈ, ਮੈਂ ਇੱਕ ਚੀਜ਼ ਹੋਰ ਤੁਹਾਨੂੰ ਦੱਸਣਾ ਚਾਹੁੰਦਾ। 25 ਅਗਸਤ 17 ਵਾਲੇ ਘਟਨਾਕ੍ਰਮ ਤੋਂ ਬਾਅਦ ਕਿਤੇ ਨਾ ਕਿਤੇ ਉਹ ਵਿਸ਼ਵਾਸ ਡੋਲਿਆ ਜ਼ਰੂਰ ਸੀ, ਲੇਕਿਨ ਦੁਬਾਰਾ ਉਹਨੂੰ ਹੌਲੀ ਹੌਲੀ ਕਿਸ ਤਰੀਕੇ ਨਾਲ ਐਸਟੈਬਲਿਸ਼ ਕੀਤਾ ਗਿਆ। ਇਹ ਇੱਕ ਮਿੱਠਾ ਜ਼ਹਿਰ ਲੋਕਾਂ ਦੇ ਅੰਦਰ ਭਰ ਰਹੇ ਨੇ, ਉਹ ਮਿੱਠੇ ਜ਼ਹਿਰ ਦੇ ਰਾਹੀਂ ਹੌਲੀ ਹੌਲੀ ਉਹਨਾਂ ਨੂੰ ਆਪਣੇ ਅੰਦਰ ਇਸ ਤਰ੍ਹਾਂ ਵਾੜ ਲਿਆ ਜਾਂਦਾ ਹੈ ਕਿ ਉਹ ਦੁਬਾਰਾ ਮੁੜ ਕੇ ਕਿਤੇ ਵੀ ਭੱਜਣ ਜੋਗੇ ਨਾ ਰਹਿਣ। ਤਾਂ ਜਿਹੜਾ ਔਰਤਾਂ ਨੇ ਉਹ ਕਿਤੇ ਨਾ ਕਿਤੇ ਧਾਰਮਿਕ ਪ੍ਰਵਿਰਤੀ ਦੀਆਂ ਜ਼ਿਆਦਾ ਹੁੰਦੀਆਂ ਨੇ ਸਾਡੇ ਘਰਾਂ ਦੇ ਵਿੱਚ, ਤੁਸੀਂ ਵੀ ਵੇਖਿਆ, ਅਸੀਂ ਵੀ ਵੇਖਿਆ। ਤਾਂ ਸਭ ਤੋਂ ਪਹਿਲਾਂ ਟਾਰਗੇਟ ਕੀਤਾ ਜਾਂਦਾ ਔਰਤਾਂ ਨੂੰ। ਔਰਤਾਂ ਦੇ ਰਾਹੀਂ ਡੇਰਾ ਜਿਹੜਾ ਉਹ ਆਪਣਾ ਜਾਲ ਵਿਛਾਉਂਦਾ, ਉਦੋਂ ਬਾਅਦ ਹੌਲੀ ਹੌਲੀ ਜਿਹੜਾ ਔਰਤਾਂ ਦੇ ਰਾਹੀਂ ਬੰਦਿਆਂ ਨੂੰ ਵੀ ਇੱਥੇ ਲਿਆਂਦਾ ਜਾਂਦਾ ਹੈ। ਲੇਕਿਨ ਜਿਹੜੀ ਸਭ ਤੋਂ ਪਹਿਲੀ ਮੈਂ ਤੁਹਾਨੂੰ ਗੱਲ ਕੀਤੀ, ਹਿੰਦੁਸਤਾਨੀਆਂ ਦੇ DNA ਦੇ ਵਿੱਚ ਜਿਹੜਾ ਧਰਮ ਹੈ, ਧਰਮ ਵਾਲਾ ਫੈਕਟਰ ਹੈ, ਉਹ ਇੰਨਾ ਜ਼ਿਆਦਾ ਮਜ਼ਬੂਤ ਹੈ ਕਿ ਮੈਨੂੰ ਨਹੀਂ ਲੱਗਦਾ ਕਿ ਆਉਣ ਵਾਲੀਆਂ ਹਾਲੇ ਕਈ ਪੀੜ੍ਹੀਆਂ ਤੱਕ ਉਹ ਇੰਨੀ ਛੇਤੀ ਖਤਮ ਹੋਣ ਵਾਲਾ ਹੈ। ਧਰਮ ਦੇ ਨਾਂ ਤੇ ਤੁਸੀਂ ਚੱਲਦੇ ਕਿਸੇ ਵੀ ਬੰਦੇ ਦੀ ਕਿਵੇਂ ਅਕਲ ਕੱਢਣੀ ਹੈ, ਉਹ ਹਿੰਦੁਸਤਾਨ ਦੇ ਵਿੱਚ ਬੜਾ ਸੌਖਾ ਹੈ। ਅੱਛਾ ਅੰਸ਼ੁਲ ਜੀ, ਇਹ ਜਿਹੜਾ DNA ਦੇ ਉੱਪਰ ਸਾਡੇ DNA 'ਚ ਜਿਹੜਾ ਇਹ ਚੀਜ਼ ਹਾਵੀ ਹੈ, ਇਹ ਜ਼ਰੂਰ ਕੰਮ ਕਰ ਰਹੀ ਹੈ ਇਸ ਡੇਰੇ ਵਾਲੇ ਮਾਮਲੇ ਦੇ ਵਿੱਚ ਵੀ। ਬਿਲਕੁਲ। ਤੇ ਲੋਕਾਂ ਦੀ ਅਕਲ ਕਿਸ ਤਰੀਕੇ ਨਾਲ ਕੱਢੀ ਜਾਂਦੀ ਹੈ, ਜਿਵੇਂ ਤੁਸੀਂ ਉਹ ਗਾਜਰ ਮੂਲੀ ਵਾਲਾ ਸਵਾਲ ਕੀਤਾ, ਤਾਂ ਉਹ ਬੜਾ ਇੰਟਰਸਟਿੰਗ ਕਿੱਸਾ ਹੈਗਾ ਕਿ ਇੱਥੇ ਆਉਣ ਵਾਲੇ ਲੋਕਾਂ ਨੂੰ ਕਿਵੇਂ ਮੂਰਖ ਬਣਾਇਆ ਜਾਂਦਾ ਰਿਹਾ। ਤੇ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਧਰਮ ਦੇ ਨਾਂ ਤੇ ਗੁਰਮੀਤ ਰਾਮ ਰਹੀਮ ਬੜਾ ਵਧੀਆ ਬਿਜ਼ਨਸ ਚਲਾ ਰਿਹਾ ਸੀ, ਉਹਨੂੰ ਸਮਝ ਆ ਗਈ ਕਿ ਲੋਕਾਂ ਦੀ ਅਕਲ ਕਿਵੇਂ ਕੱਢਣੀ ਹੈ। ਤਾਂ ਡੇਰੇ ਦੇ ਪ੍ਰਸ਼ਾਦ ਦੇ ਨਾਂ ਤੇ ਤੁਸੀਂ ਮੂਲੀ ਜਿਹੜੀ ਹੈ, ਉਹ ਜੇ ਉਹ ਬਾਜ਼ਾਰ ਦੇ ਵਿੱਚ 5 ਰੁਪਏ ਨਹੀਂ ਵਿਕ ਰਹੀ, ਬਾਬਾ ਜੀ ਨੂੰ ਬੁਲਾਓ, ਬਾਬਾ ਜੀ ਨੇ ਉਹ ਟਰਾਲੀ ਦੇ ਵਿੱਚੋਂ ਇੱਕ ਮੂਲੀ ਚੁੱਕੀ, ਉਹ ਚੁੱਕ ਕੇ ਉਸੇ ਟਰਾਲੀ ਦੇ ਵਿੱਚ ਵਾਪਸ ਸਿੱਟਤੀ। ਉਹਦੇ ਨਾਲ ਕੀ ਹੁੰਦਾ ਹੈ, ਉਹੀ ਪ੍ਰੇਮੀ ਜਿਹੜੇ 5 ਰੁਪਏ ਮੂਲੀ ਖਰੀਦਣ ਨੂੰ ਤਿਆਰ ਨਹੀਂ ਸੀਗੇ, ਉਹ 50 ਰੁਪਏ 'ਚ ਵੀ ਉਸ
ਮੂਲੀ ਨੂੰ ਲੈ ਕੇ ਜਾਣਗੇ, ਕਿਉਂਕਿ ਉਹਨਾਂ ਮੂਲੀਆਂ ਨੂੰ ਬਾਬਾ ਜੀ ਦਾ ਹੱਥ ਲੱਗਿਆ ਹੈ। ਤਾਂ ਇਹ ਜਿਹੜਾ ਅਕਲ ਕੱਢਣ ਦਾ ਫਾਰਮੂਲਾ ਸੀ, ਇਹ ਇਹਨਾਂ ਦੀ ਸਮਝ 'ਚ ਆ ਗਿਆ, ਡੇਰੇ ਵਾਲਿਆਂ ਦੀ। ਔਰ ਲੋਕ ਜਿਹੜੇ ਨੇ ਉਹ ਅਕਲ ਕਢਵਾਈ ਜਾ ਰਹੇ ਨੇ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਹਿੰਦੁਸਤਾਨ ਦੇ ਵਿੱਚ ਅਕਲ ਕੱਢਣ ਵਾਲਾ ਚਾਹੀਦਾ, ਕਢਵਾਉਣ ਵਾਲੇ ਤਾਂ ਤਿਆਰ ਬੈਠੇ। ਅੱਛਾ, ਹੁਣ ਆਖਰੀ ਆਪਣੇ ਕੋਲੇ ਕੁਝ ਸਮਾਂ ਬਚਿਆ, ਮੈਂ ਤੁਹਾਡੇ ਕੋਲ ਇਹ ਜ਼ਰੂਰ ਜਾਣਨਾ ਚਾਹੁੰਦਾ ਕਿ ਇਸ ਵਕਤ ਜੋ ਸਟੇਟਸ ਹੈ ਉਹ ਇਹ ਹੈ ਕਿ ਵੀ ਗੁਰਮੀਤ ਰਾਮ ਰਹੀਮ ਨੂੰ 3 ਸਜ਼ਾਵਾਂ ਹੋਈਆਂ ਨੇ। ਮੇਰੇ ਖਿਆਲ ਨਾਲ ਇੱਕ ਪਹਿਲਾਂ 10 ਸਾਲ ਦੀ ਪੂਰੀ ਹੋਣੀ ਹੈ, ਫਿਰ ਦੂਸਰੀ 10 ਸਾਲ ਦੀ ਪੂਰੀ ਹੋਣੀ ਹੈ, ਅਤੇ ਫਿਰ ਤੁਹਾਡੇ ਪਿਤਾ ਜੀ ਵਾਲੀ ਜਿਹੜੀ ਉਮਰ ਕੈਦ ਹੈ ਉਸ ਤੋਂ ਬਾਅਦ ਸ਼ੁਰੂ ਹੋਣੀ। ਸੋ ਕੁੱਲ ਮਿਲਾ ਕੇ ਇਹ ਗੱਲ ਕਲੀਅਰ ਹੈ ਕਿ ਵੀ ਆਪਣੀ ਜਿੰਨੀ ਕੁ ਜ਼ਿੰਦਗੀ ਉਹਦੀ ਬਚੀ ਉਹਦੇ ਵਿੱਚ ਉਹ ਜੇਲ੍ਹ ਤੋਂ ਬਾਹਰ ਨਹੀਂ ਆ ਸਕਦਾ, ਇਹ ਅਦਾਲਤ ਕਹਿੰਦੀ ਹੈ। ਪਰ ਜਿਸ ਢੰਗ ਨਾਲ ਇਸ ਵਕਤ ਉਹਨੂੰ ਇੱਧਰੋਂ ਉੱਧਰੋਂ ਬਾਹਰ ਲਿਆਣ ਕੇ, ਅਤੇ ਜਿੱਦਾਂ ਤੁਸੀਂ ਸਟਾਰਟਿੰਗ ਦੇ ਵਿੱਚ ਦੱਸਿਆ ਕਿ ਉਹਨੂੰ ਹੁਣ ਦੁਬਾਰਾ ਸਿਰ ਸੇ ਐਸਟੈਬਲਿਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹਦੇ 'ਤੇ ਤੁਹਾਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਅੰਦਰ ਖਾਤੇ ਕੋਈ ਸਾਜ਼ਿਸ਼ ਹੋ ਰਹੀ ਹੈ। ਹੁਣ ਸਵਾਲ ਇਹ ਹੈ ਕਿ ਵੀ ਜੇ ਮੰਨ ਲਓ ਸਰਕਾਰਾਂ ਕਿਉਂਕਿ ਤਾਕਤਵਰ ਹੁੰਦੀਆਂ ਨੇ, ਉਹ ਸਾਰਾ ਕੁਝ ਇਸ ਤਰ੍ਹਾਂ ਪਲਾਨ ਕਰਕੇ ਅੱਜ ਨਹੀਂ ਤੁਹਾਡੇ ਅੜਨ ਦਾ ਕਰਕੇ 6 ਮਹੀਨੇ ਹੋਰ ਲਾ ਦੇਣਗੇ, ਉਹ ਦੁਬਾਰਾ ਇਹਦੇ 'ਚ ਕਾਮਯਾਬ ਹੋ ਜਾਂਦੇ ਆ, ਅਤੇ ਤੁਹਾਡੇ ਕੋਲ ਕੋਈ ਰਾਹ ਰਸਤਾ ਹੈ ਦੁਬਾਰਾ ਲੜਾਈ ਲੜਨ ਦਾ, ਜਾਂ ਫਿਰ ਕੁੱਲ ਮਿਲਾ ਕੇ ਸਰਕਾਰ ਆਪਣੇ ਇਸ ਮਨਸੂਬੇ 'ਚ ਕਾਮਯਾਬ ਹੋ ਜੂਗੀ? ਦੇਖੋ, ਅਸੀਂ ਜਿਹੜੀ ਵੀ ਕੋਈ ਗੱਲ ਅੱਜ ਤੱਕ ਕੀਤੀ ਹੈ ਉਹ ਬੜੀ ਫੈਕਟ ਐਂਡ ਫਿਗਰ ਅਸੀਂ ਲੋਕਾਂ ਦੇ ਸਾਹਮਣੇ ਰੱਖੇ ਹੈ ਕਿ ਇਹਨਾਂ ਚੀਜ਼ਾਂ ਦੇ ਪਿੱਛੇ ਸਾਡਾ ਕੀ ਡਰ ਹੈ, ਸਾਨੂੰ ਕੀ ਖਦਸ਼ਾ ਹੈ। ਅਸੀਂ ਸਰਕਾਰ ਨੂੰ ਜੇ ਪਹਿਲਾਂ ਇਹ ਗੱਲ ਆਖੀ ਕਿ ਇਹਨੂੰ ਇਸ ਤਰੀਕੇ ਦੀ ਛੂਟ ਨਾ ਦਿੱਤੀ ਜਾਵੇ, ਲੇਕਿਨ ਅਸੀਂ ਸ਼ੁਰੂ ਤੋਂ ਇਹ ਮੰਨ ਕੇ ਚੱਲ ਰਹੇ ਹਾਂ ਕਿ ਸਾਨੂੰ ਪੋਲੀਟੀਸ਼ੀਅਨਸ ਤੋਂ, ਸਰਕਾਰਾਂ ਤੋਂ ਕਦੇ ਵੀ ਨਾ ਕਦੇ ਕੋਈ ਅਸੀਂ ਉਮੀਦ ਕੀਤੀ, ਨਾ ਸਾਨੂੰ ਹੈਗੀ। ਸਾਨੂੰ ਇਹ ਪਤਾ ਹੈ ਕਿ ਜਦੋਂ ਵੀ ਕਿਤੇ ਵੋਟਾਂ ਦੇ ਲਾਲਚ ਨੂੰ ਲੈ ਕੇ ਇਹਨਾਂ ਨੇ ਆਪਣੀਆਂ ਇਹ ਕਾਰਗੁਜ਼ਾਰੀਆਂ ਜਾਰੀ ਰੱਖਣੀਆਂ ਨੇ, ਇਹ ਡੇਰੇ ਵਾਲੇ ਵੱਲ ਕਿਤੇ ਨਾ ਕਿਤੇ ਇਹਨਾਂ ਦਾ ਝੁਕਾਅ ਜ਼ਰੂਰ ਰਹੇਗਾ ਹੀ ਰਹੇਗਾ। ਤਾਂ 25 ਅਗਸਤ 17 ਨੂੰ ਇੰਨੀ ਵੱਡੀ ਘਟਨਾ ਵਾਪਰੀ, ਤੁਸੀਂ ਮੈਨੂੰ ਇੱਕ ਵੀ ਸਿਆਸਤਦਾਨ ਵਿਖਾ ਦਿਓ, ਇੱਕ ਵੀ ਸਿਆਸੀ ਪਾਰਟੀ ਦਾ ਕੋਈ ਨੁਮਾਇੰਦਾ ਵਿਖਾ ਦਿਓ, ਕੋਈ ਬੁਲਾਰਾ ਵਿਖਾ ਦਿਓ ਜਿਹਨੇ ਇਹ ਬਿਆਨ ਦਿੱਤਾ ਹੋਵੇ ਕਿ ਗੁਰਮੀਤ ਰਾਮ ਰਹੀਮ ਨੂੰ ਅਦਾਲਤ ਨੇ ਜਿਹੜੀ ਸਜ਼ਾ ਐਲਾਨੀ ਹੈ, ਅਸੀਂ ਇਹ ਸ਼ਲਾਘਾਯੋਗ ਸਟੈਪ ਹੈ, ਅਸੀਂ ਇਹਦਾ ਸਵਾਗਤ ਕਰਦੇ ਹਾਂ, ਅਸੀਂ ਇਹਦਾ ਵੈਲਕਮ ਕਰਦੇ ਹਾਂ। ਜਾਂ ਕਿ ਗੁਰਮੀਤ ਰਾਮ ਰਹੀਮ ਦੇ ਚੇਲਿਆਂ ਨੇ ਜਿਹੜਾ ਸਾੜ ਫੂਕ ਕੀਤੀ ਹੈ, ਜਿਹੜੀ ਭੰਨ ਤੋੜ ਕੀਤੀ ਹੈ, ਜਿਹਦੇ ਕਰਕੇ 40 ਲੋਕਾਂ ਦੀ ਜਾਨ ਚਲੀ ਗਈ, ਇਹ ਜਿਹੜਾ ਹੈ ਅਸੀਂ ਇਹਦੀ ਨਿਖੇਧੀ ਕਰਦੇ ਹਾਂ। ਕਿਸੇ ਵੀ ਇੱਕ ਪੋਲੀਟੀਸ਼ੀਅਨ ਨੇ, ਪੋਲੀਟੀਕਲ ਪਾਰਟੀ ਦੇ ਮੂੰਹੋਂ ਕੋਈ ਬੋਲ ਨਹੀਂ ਫੁੱਟਿਆ, ਉਹਦਾ ਕਾਰਨ ਕਿਤੇ ਨਾ ਕਿਤੇ ਉਹਨਾਂ ਦੇ ਮਨਾਂ ਦੇ ਵਿੱਚ ਜਿਹੜਾ ਵੋਟ ਬੈਂਕ ਦਾ ਲਾਲਚ ਹੈ ਉਹ ਹਜੇ ਵੀ ਬਰਕਰਾਰ ਹੈ। ਤਾਂ ਹੁਣ ਸਵਾਲ ਆਉਂਦਾ ਹੈ ਕਿ ਉਸੇ ਵੋਟ ਬੈਂਕ ਦੇ ਲਾਲਚ ਨੂੰ ਲੈ ਕੇ ਆਉਣ ਵਾਲੇ ਇਲੈਕਸ਼ਨਸ ਜਿਹੜੇ ਨੇ ਕੁਝ ਸੂਬਿਆਂ ਦੇ ਵਿੱਚ, ਜਿਵੇਂ ਕਿ ਪੰਜਾਬ ਦੇ ਵਿੱਚ ਵੀ, ਔਰ ਉਹਨਾਂ ਇਲੈਕਸ਼ਨਸ ਨੂੰ ਲੈ ਕੇ ਕਿਤੇ ਨਾ ਕਿਤੇ ਉਹ ਲਾਲਚ ਜਿਹੜਾ ਹੈ ਉਹ ਦੁਬਾਰਾ ਤੋਂ ਉਹ ਲੱਡੂ ਮਨ ਦੇ ਵਿੱਚ ਫੁੱਟ ਰਹੇ ਨੇ ਕਿ ਗੁਰਮੀਤ ਰਾਮ ਰਹੀਮ ਨੂੰ ਥੋੜੀ ਬਹੁਤ ਛੂਟ ਦੇ ਕੇ ਅਸੀਂ ਜੇ ਇਹ ਵੋਟ ਬੈਂਕ ਦੇ ਉੱਪਰ ਆਪਣਾ ਕਾਬਜ਼ ਹੋ ਜਾਈਏ ਤਾਂ ਇਦੋਂ ਵਧੀਆ ਹੋਰ ਕੀ ਹੋ ਸਕਦਾ ਹੈ। ਤਾਂ ਸਾਡਾ ਜਿਹੜਾ ਖਦਸ਼ਾ ਹੈ ਕਿ ਇਹ ਬਾਹਰ ਆਉਣ ਨਾਲ ਦੁਬਾਰਾ ਫਿਰ ਸਾਜ਼ਿਸ਼ਾਂ ਰਚ ਸਕਦਾ ਹੈ। ਇਹ ਜਿਹੜੀਆਂ ਮੀਟਿੰਗਸ ਕਰਵਾਈਆਂ ਜਾ ਰਹੀਆਂ ਨੇ, ਕਿਤੇ ਨਾ ਕਿਤੇ ਸਰਕਾਰ ਦੀ ਸ਼ਹਿ ਤੇ ਦੁਬਾਰਾ ਫਿਰ ਕੋਈ ਨਾ ਕੋਈ ਪਲਾਨ ਕੀਤਾ ਜਾ ਰਿਹਾ, ਕੋਈ ਨਾ ਕੋਈ ਸਾਜ਼ਿਸ਼ ਰਚੀ ਜਾ ਰਹੀ ਹੈ। ਡੇਰੇ ਨੂੰ ਦੁਬਾਰਾ ਐਸਟੈਬਲਿਸ਼ ਕਰਨ ਦੀਆਂ ਪਲੈਨਿੰਗਸ ਹੋ ਰਹੀਆਂ ਨੇ। ਤੁਸੀਂ ਇਹ ਵੇਖੋ ਕਿ ਕੁਝ ਕੁ ਸਮੇਂ ਦੇ ਵਿੱਚ ਡੇਰੇ ਦੇ ਜਿਹੜੇ ਫੋਲੋਅਰਸ ਨੇ ਉਹ ਦੁਬਾਰਾ ਐਕਟਿਵ ਨੇ, ਉਹ ਬਹੁਤ ਜ਼ਿਆਦਾ ਐਕਟਿਵ ਨੇ। ਉਹਦੇ ਪਿੱਛੇ ਕੋਈ ਨਾ ਕੋਈ ਵੱਡੀ ਵਜ੍ਹਾ ਹੈ। ਉਹਦੇ ਪਿੱਛੇ ਜਿਹੜੀਆਂ ਮੀਟਿੰਗਸ ਹੋ ਰਹੀਆਂ ਨੇ, ਜਿਹੜੀਆਂ ਪਲੈਨਿੰਗਸ ਹੋ ਰਹੀਆਂ, ਇਹ ਇੱਕ ਵੱਡੀ ਵਜ੍ਹਾ। ਦੂਸਰੀ ਗੱਲ ਅਸੀਂ ਆਖੀ ਸੀ ਕਿ ਜਿਹੜੇ ਪੀੜਤ ਨੇ ਉਹਨਾਂ ਪਰਿਵਾਰਾਂ ਦੇ ਲਈ ਖਤਰਾ ਹੋ ਸਕਦਾ ਹੈ। ਜਿਹੜੇ 2 ਮੁਕੱਦਮੇ ਅਦਾਲਤ ਦੇ ਵਿੱਚ ਪੈਂਡਿੰਗ ਨੇ ਉਹਨਾਂ ਦੇ ਗਵਾਹਾਂ ਲਈ ਖਤਰਾ ਹੋ ਸਕਦਾ ਹੈ। ਇਸ ਕਰਕੇ ਇਹਨਾਂ ਦੀਆਂ ਮੀਟਿੰਗਸ ਨਾ ਕਰਵਾਈਆਂ ਜਾਣ। ਗੁਰਮੀਤ ਰਾਮ ਰਹੀਮ ਨੂੰ ਕਿਸੇ ਵੀ ਹਾਲਤ ਦੇ ਵਿੱਚ ਬਾਹਰ ਨਾ ਕੱਢਿਆ ਜਾਵੇ। ਜੇ ਉਹ ਬਾਹਰ ਆਉਂਦਾ ਹੈ ਤਾਂ ਉਹਨੂੰ ਡੇਰੇ ਦੇ ਵਿੱਚੋਂ ਵਾਪਸ ਦੁਬਾਰਾ ਜੇਲ੍ਹ ਭੇਜਣ ਦੀ ਜ਼ਿੰਮੇਵਾਰੀ ਕਿਹਦੀ ਹੋਏਗੀ? ਜਿਹੜੀ ਸਰਕਾਰ ਹਾਈ ਕੋਰਟ ਦੇ ਵਿੱਚ ਕਹਿੰਦੀ ਸੀ ਕਿ ਇਹਨੂੰ ਡੇਰੇ ਦੇ ਵਿੱਚੋਂ ਜੇ ਲਿਆਉਣਾ ਪੈਂਦਾ ਤਾਂ ਬਹੁਤ ਔਖਾ ਹੋ ਜਾਣਾ ਸੀ, ਬੜਾ ਜ਼ਿਆਦਾ ਜਾਨੀ ਮਾਲ ਨੁਕਸਾਨ ਹੋ ਜਾਣਾ ਸੀ। ਤਾਂ ਅੱਜ ਉਹ ਸਰਕਾਰ ਦੁਬਾਰਾ ਉਸੇ ਮੋੜ ਤੇ ਕਿਉਂ ਖੜੋਤੀ ਹੈ? ਕਿਉਂ ਉਹਨੂੰ ਦੁਬਾਰਾ ਡੇਰੇ ਭੇਜਣ ਦੀ ਤਿਆਰੀ ਕਰ ਰਹੀ ਹੈ? ਇਸ ਚੀਜ਼ ਦੇ ਅਸੀਂ ਸਵਾਲ ਉਠਾਏ ਸੀ ਔਰ ਸਾਡੇ ਸਵਾਲ ਵਾਜਬ ਨੇ। ਉਹਦੇ ਪਿੱਛੇ ਮੈਂ ਤੁਹਾਨੂੰ ਵਜ੍ਹਾ ਦੱਸ ਦਿੰਨਾ ਕਿ ਹੁਣੇ ਹਜੇ ਤਾਜ਼ਾ ਘਟਨਾਕ੍ਰਮ ਹੈ ਕਿ ਡੇਰਾ ਹੈਡ ਨੂੰ ਮੈਦਾਨਤਾ ਲਿਜਾਇਆ ਗਿਆ, ਹਨੀਪ੍ਰੀਤ ਨੂੰ ਉੱਥੇ ਮੁਲਾਕਾਤ ਕਰਵਾਈ ਗਈ। ਕੱਲ ਦੀ ਘਟਨਾ ਹੈ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ, ਹਨੀਪ੍ਰੀਤ ਦਾ ਜਿਹੜਾ ਫਾਰਮਰ ਹਸਬੈਂਡ ਹੈ ਵਿਸ਼ਵਾਸ ਗੁਪਤਾ, ਉਹਨੇ ਕੱਲ ਪਾਣੀਪਤ ਦੇ ਵਿੱਚ ਆਪਣੀ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਗੱਲ ਕਹੀ ਹੈ ਕਿ ਉਹਨੇ ਪੁਲਿਸ ਨੂੰ ਇੱਕ ਸ਼ਿਕਾਇਤ ਦਰਜ ਕਰਵਾਈ ਹੈ, ਜਿਹਦੇ ਵਿੱਚ ਉਹਨੇ ਕਿਹਾ ਕਿ ਮੈਨੂੰ ਬਾਗਪਤ ਦੇ ਕਿਸੇ ਮੁੰਡੇ ਨੇ ਫੋਨ ਕੀਤਾ, ਅਨਨੋਨ ਕਾਲਰ ਨੇ, ਔਰ ਕਾਲ ਕਰਕੇ ਉਹਨੇ ਮੈਨੂੰ ਇਹ ਥ੍ਰੈਟ ਕੀਤਾ ਕਿ ਮੈਂ ਡੇਰੇ ਦੀ
ਕਿਸੇ ਵਿੰਗ ਦਾ ਮੈਂਬਰ ਹਾਂ। ਮੈਨੂੰ ਹੁਣ ਐਗਜ਼ੈਕਟਲੀ ਉਹਦਾ ਨਾਮ ਨਹੀਂ ਆ ਰਿਹਾ। ਜੀ ਇੱਕ ਜੀ। ਕੁਰਬਾਨੀ ਗੈਂਗ ਕਹਿੰਦੇ ਨੇ ਡੇਰੇ ਦਾ। ਹੂੰ ਮੈਂ ਉਸ ਕੁਰਬਾਨੀ ਗੈਂਗ ਦਾ ਮੈਂਬਰ ਹਾਂ। ਉਹਨੇ ਆਪਣਾ ਨਾਮ ਵੀ ਉਹਦੇ 'ਚ ਸ਼ਿਕਾਇਤ ਦੇ ਵਿੱਚ ਉਹਨੇ ਸ਼ਿਕਾਇਤਕਰਤਾ ਨੇ ਪਾਇਆ ਹੋਇਆ ਹੈ ਹੂੰ ਕਿ ਫਲਾਂ ਨਾਮ ਦੇ ਬੰਦੇ ਨੇ ਮੈਨੂੰ ਫੋਨ ਕੀਤਾ ਔਰ ਉਹਨੇ ਮੈਨੂੰ ਆਖਿਆ ਕਿ ਇਹਨਾਂ ਕੰਮਾਂ ਤੋਂ ਬਾਜ਼ ਆ ਜਾ, ਨਹੀਂ ਤੇ ਤੈਨੂੰ ਸੋਧ ਦਿਆਂਗੇ। ਇਹ ਹੂੰ ਕੱਲ ਦੀ ਘਟਨਾ ਹੈ। ਕੱਲ ਦੀ ਸ਼ਿਕਾਇਤ ਦਰਜ ਕਰਵਾਈ ਹੈ ਵਿਸ਼ਵਾਸ ਗੁਪਤੇ ਨੇ। ਤਾਂ ਹੂੰ ਮੈਂ ਜਿਹੜੀ ਗੱਲ ਤੋਂ ਸਾਨੂੰ ਜਿਹੜੀ ਗੱਲ ਦਾ ਖਦਸ਼ਾ ਹੈ ਕਿ ਇਹਦੇ ਬਾਹਰ ਆਉਣ ਨਾਲ ਦੁਬਾਰਾ ਤੋਂ ਇਸ ਤਰ੍ਹਾਂ ਦੀਆਂ ਕਾਰਗੁਜ਼ਾਰੀਆਂ ਸ਼ੁਰੂ ਹੋ ਜਾਣਗੀਆਂ, ਉਹ ਸ਼ੁਰੂ ਹੋ ਚੁੱਕੀਆਂ ਨੇ। ਔਰ ਦੂਸਰੀ ਗੱਲ ਮੈਂ ਤੁਹਾਨੂੰ ਹੋਰ ਦੱਸ ਦੇਣਾ ਚਾਹੁੰਦਾ, ਹੂੰ ਨਪੁੰਸਕ ਕਾਸਟ੍ਰੇਸ਼ਨ ਵਾਲਾ ਮਾਮਲਾ ਜਿਹੜਾ ਅਦਾਲਤ ਵਿੱਚ ਚੱਲ ਰਿਹਾ ਹੈ, ਅੰਡਰ ਜੀ। ਟਰਾਇਲ ਹੈ, ਉਸ ਮਾਮਲੇ ਦਾ ਜਿਹੜਾ ਕੰਪਲੇਨੈਂਟ ਹੈ ਹੰਸਰਾਜ, ਹੂੰ ਅਹ ਉਸ ਉਹਦੇ ਨਾਲ ਵੀ ਕਿਤੇ ਨਾ ਕਿਤੇ ਮੇਰੀ ਗੱਲ ਹੋਈ ਹੈ। ਤਾਂ ਮੈਨੂੰ ਪਤਾ ਲੱਗਿਆ ਹੈ ਕਿ ਇਸ ਮਾਮਲੇ ਦੇ ਵਿੱਚ ਵੀ ਇੱਕ ਪੀੜਤ ਨੂੰ ਫੋਨ ਕਰਕੇ ਡੇਰਾ ਦੀ ਮੈਨੇਜਮੈਂਟ ਵੱਲੋਂ ਬੁਲਾਇਆ ਗਿਆ। ਮੁਲਾਕਾਤ ਦੇ ਲਈ ਟਾਈਮ ਮੰਗਿਆ ਗਿਆ ਕਿ ਸਾਨੂੰ ਮਿਲਣ ਦੇ ਲਈ ਸਮਾਂ ਦਿਓ, ਅਸੀਂ ਹੂੰ ਤੁਹਾਡੇ ਨਾਲ ਮਿਲਣਾ ਚਾਹੁੰਦੇ ਹਾਂ ਔਰ ਇਸ ਮਾਮਲੇ ਨੂੰ ਖਤਮ ਕਰਨਾ ਚਾਹੁੰਦੇ ਹਾਂ। ਤਾਂ ਇਹ ਕਾਰਗੁਜ਼ਾਰੀਆਂ ਦੁਬਾਰਾ ਸ਼ੁਰੂ ਹੋ ਚੁੱਕੀਆਂ ਨੇ। ਇਹ ਸੈਟਿੰਗਾਂ ਦਾ ਦੌਰ ਦੁਬਾਰਾ ਸ਼ੁਰੂ ਹੋ ਚੁੱਕਾ ਹੈ। ਇਹ ਧਮਕਾਉਣ ਦਾ ਦੌਰ ਦੁਬਾਰਾ ਸ਼ੁਰੂ ਹੋ ਚੁੱਕਾ ਹੈ। ਇਹ ਖੁੱਲ੍ਹ ਨਾ ਦਿੱਤੀ ਜਾਵੇ, ਨਹੀਂ ਤਾਂ ਬਿਲਕੁਲ। ਦੁਬਾਰਾ ਫਿਰ ਤੋਂ ਹਾਲਾਤ ਵਿਗੜਨ ਦੀ ਸੰਭਾਵਨਾ। ਅੰਸ਼ੁਲ ਜੀ, ਤੁਸੀਂ ਬੜੀ ਡਿਟੇਲ ਦੇ ਵਿੱਚ ਆਪਣਾ ਇਹ ਪੱਖ ਰੱਖਿਆ ਐਂਡ ਤੁਸੀਂ ਆਪਣੇ ਖਦਸ਼ੇ ਜਿਹੜੇ ਆ ਉਹ ਵੀ ਇਸ ਪਲੇਟਫਾਰਮ ਤੇ ਰੱਖੇ ਨੇ। ਅਸੀਂ ਆਸ ਕਰਦੇ ਹਾਂ ਵੀ ਇਹ ਜਿਹੜਾ ਵੀ ਤੁਸੀਂ ਆਪਣਾ ਖਦਸ਼ਾ ਰੱਖਿਆ ਜੀ, ਇਹ ਜ਼ਰੂਰ ਜਿਹੜੀਆਂ ਸੰਬੰਧਿਤ ਅਥਾਰਟੀਜ਼ ਨੇ ਉਹਨਾਂ ਦੇ ਧਿਆਨ 'ਚ ਆਏਗਾ ਤੇ ਹੋ ਸਕਦਾ ਹੈ ਕਿ ਇਸ ਮਸਲੇ ਦਾ ਕੋਈ ਨਾ ਕੋਈ ਚੰਗਾ ਹੱਲ ਹੋਵੇ। ਤੁਸੀਂ ਸਮਾਂ ਦਿੱਤਾ ਜੀ, ਤੁਹਾਡਾ ਬੜਾ ਧੰਨਵਾਦ। ਥੈਂਕ ਯੂ। ਸੋ ਇਹ ਸਨ ਜੀ ਅੰਸ਼ੁਲ ਛਤਰਪਤੀ ਜੀ। ਉਹਨਾਂ ਦੀ ਕਹਾਣੀ, ਉਹਨਾਂ ਦੀ ਡਿਟੇਲ ਤੁਸੀਂ ਸੁਣ ਲਈ ਹੈ ਤੇ ਇਸ ਵਕਤ ਦੇ ਹਾਲਾਤਾਂ ਨੂੰ ਵੀ ਤੁਸੀਂ ਮੇਰਾ ਖਿਆਲ ਬੜੀ ਭਲੀ ਭਾਂਤ ਜਾਣ ਲਿਆ ਹੋਏਗਾ। ਬਾਕੀ ਤੁਸੀਂ ਆਪਣੀ ਫੀਡਬੈਕ ਸਾਡੇ ਤੱਕ ਪਹੁੰਚਾਉਂਦੇ ਰਿਹਾ ਕਰੋ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।